सी छुट्टी नाल। वाहिगुरु जी का खालसा, वाहिगुरु जी की फतेह। सतगुर की जिसनु मत आवे, सतगुर की सो सतगुर माही समान आवे। एह बाणी जो जियों जाने, एह बांस अंतर रवजियों जाने। बाणी गुरु अंतर रवे, गुरु है बाणी। बाणी गुरु विच बाणी अमृत बाणी। गुर बाणी कहर सार जन मान। गुर बाणी तर गुरु सतर मान। बाणी तख लो विचार से, जे गुरु मुख विचार सी। एह बाणी को माख निज करवास। बाणी महापुरख की सोरठ हो। महला पंचमा सोरठ परमेश्वर दिता बन्ना। पंचमा दुख रोग कबीरा बन्ना। परमेश्वर दुख कबीरा बन्ना। दुख रोग कबीरा बन्ना। आनंद करना कबीरा पन्ना। हर हर प्रभ कृपा नर नारी। संतोष सुख हो प्रभ कृपा तारी। पार ब्रह्म पूरो सर्वेश सब थाई। रव रहे आसर पूरन परमेश्वर। रव रहे आसब की बाणी आई। तिन सगली चिंत मिटाई आई। दयाल पुरख मेहरबान चिंत मिटाई। हर नानक साच पुरख मेहरबान। दयाल पुरख मेहरबान। हर नाम साच नानक साच वखाना। भाई साहब वाहिगुरु जी साहब जी वारा दी बाणी दी विचार ज्ञानी साहिब साहब शाहबाद मारकंडा। भाई गुरदास
ਸਾਹਿਬ ਜੀ ਦੀਆਂ ਸਾਨੂੰ ਸਰਵਣ ਕਰਵਾ ਰਹੀ ਬਾਣੀ ਦੀ ਵਿਚਾਰ ਗਿਆਨੀ ਅੱਜ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਰਵਣ ਕਰਵਾ ਰਹੇ ਹਨ। ਦਲ ਪੰਜਨ ਸੂਰਮੇ ਅੱਜ ਗੁਰੂ ਛੇਵੇਂ ਪਾਤਸ਼ਾਹ ਵੱਡੇ ਯੋਧੇ ਮੇਰੀ ਪੀੜੀ ਦੇ ਪਰ ਮਾਲਕ ਉਪਕਾਰੀ ਸਤਿਗੁਰੂ ਦਲ ਪੰਜਨ ਗੁਰੂ ਹਰਗੋਬਿੰਦ ਸੂਰਮੇ ਸਾਹਿਬ ਗੁਰੂ ਮਹਾਰਾਜ ਜੀ ਦਾ ਵੱਡੇ ਯੋਧੇ ਗੁਰਤਾ ਗੱਦੀ ਪਰ ਗੱਦੀ ਉਪਕਾਰੀ ਨਿਸ਼ਾਨੀ ਸਤਿਗੁਰੂ ਗੁਰਪੁਰਬ ਹੈ। ਗੁਰੂ ਹਰਗੋਬਿੰਦ ਸਾਹਿਬ ਗੁਰੂ ਮਹਾਰਾਜ ਅਰਜਨ ਜੀ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਅਰਜਨ ਕਾਇਆ ਪਲਟ ਗੱਦੀ ਗਏ। ਨਿਸ਼ਾਨੀ ਗੁਰਪੁਰਬ ਹੈ। ਮੂਰਤ ਹਰਗੋਬਿੰਦ ਸਵਾਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਸ਼ਹਾਦਤ ਤੋਂ ਪਹਿਲਾਂ ਅਰਜਨ ਕਾਇਆ ਆਪਣੇ ਪਲਟ ਗਏ। ਸਾਹਿਬਜ਼ਾਦੇ ਨੂੰ ਮੂਰਤ ਹਰਗੋਬਿੰਦ ਜਗਤ ਗੁਰੂ ਸਵਾਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਆਪਣੀ ਜੋ ਸ਼ਹਾਦਤ ਤੋਂ ਪਹਿਲਾਂ ਛੇਵੇਂ ਆਪਣੇ ਸਾਹਿਬਜ਼ਾਦੇ ਸਾਹਿਬਜ਼ਾਦੇ ਨੂੰ ਨਿਯਤ ਕੀਤਾ ਜਗਤ ਸੀ। ਗੁਰੂ ਗੁਰੂ ਨਾਨਕ ਦੇਵ ਪਿਤਾ ਆਪ ਮਹਾਰਾਜ ਸਮੂਹ ਜੀ ਦੀ ਸੰਤਾਂ ਨੂੰ ਜੋਤ ਜੁਗਤ ਦੇ ਪਾਵਨ ਗੁਰਪੁਰਬ ਦੀਆਂ ਛੇਵੇਂ ਅਧਿਕਾਰੀ ਲੱਖ 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 ਨਿਯਤ ਵਧਾਈਆਂ ਕੀਤਾ ਜੀ। ਸੀ। ਵਾਹਿਗੁਰੂ ਜੀ ਸਮੂਹ ਕਾ ਸੰਤਾਂ ਨੂੰ ਖਾਲਸਾ ਵਾਹਿਗੁਰੂ ਜੀ ਕੀ ਪਾਵਨ ਗੁਰਪੁਰਬ ਦੀਆਂ ਲੱਖ 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 ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਤਨਾਮ ਅਕਾਲ ਮੂਰਖ ਅਜੂਨੀ ਸੈਭੰ ਨਿਰਭਉ ਨਿਰਵੈਰ ਤੂੰ ਠਾਕੁਰ ਅਕਾਲ ਮੂਰਖ ਬੈਰਾਗੁਰੂ ਸੈਭੰ ਗੁਰ ਪ੍ਰਸਾਦ ਮੈਂ ਜਿਹੀ ਕਣ ਚੇਰੀ ਤੂੰ ਠਾਕੁਰ ਬੈਰਾਗੁਰੂ ਮੈਂ ਜਿਹੀ ਕਣ ਚੇਰੀ ਰਾਮ ਤੂੰ ਠਾਕੁਰ ਸਾਗੁਰੂ ਬੈਰਾਗੁਰੂ ਮੈਂ ਸਾਰਣ ਚੇਰੀ ਰਾਮ ਤੂੰ ਸਾਗਰੋ ਸਾਰ ਨ ਜਾਣਾ ਗੁਰੂ ਤੂੰ ਵਡਦਾਨਾ ਸਾਰ ਨ ਜਾਣਾ ਕਰ ਮਿਹਰਮਤ ਸਾਈਂ ਸਾਰ ਨ ਜਾਣਾ ਸਾਮਤ ਵਡਦਾਨਾ ਆਠ ਕਰ ਮਿਹਰਮਤ ਸਾਈਂ ਕਿਰਪਾ ਨ ਕੀਜੈ ਸਾਮਤ ਦੀ ਰੇਣ ਹੋਵੀ ਜੈ ਪਹਿਰ ਤੁਧ ਧਿਆਨ ਤਾਂ ਗਤ ਜੀਹਰੇ ਤੇ ਗਰਭ ਨ ਕੀਜੈ ਸਭ ਉਪਰ ਨਾਨਕ ਹੋਵੀ ਜੈ ਤਾਂ ਗਤ ਜੀਹਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਨਹੀਂ ਪੜਿਆ ਮੈਂ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਨਹੀਂ ਪੜਿਆ ਜਿਨ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਨਾਹੀ ਈਸ਼ਰਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਕਲਾ ਪਰ ਈਸ਼ਰਿਆ ਚਵਰ ਛਤਰ ਤਖਤ ਦੇ ਮਾਲਕ ਜੁਗਤ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਵਰ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁਗੋ ਜੁਗਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਅਤੇ ਸਮੁੱਚੇ ਦੇਸ਼ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਗੁਰੂ ਕੀ ਪਾਵਨ ਪਵਿੱਤਰ ਬਾਣੀ ਸਿੱਖੀ ਦੇ ਡੂੰਘੇ ਭੇਦਾਂ ਨੂੰ ਸਮਝਣ ਵਾਸਤੇ ਤਥਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਬੜੀ ਸਰਲ ਭਾਸ਼ਾ ਵਿੱਚ ਜੋ ਭਾਈ ਸਾਹਿਬ ਨੇ ਸਿੱਖੀ ਦੇ ਡੂੰਘੇ ਭੇਦਾਂ ਨੂੰ ਸਮਝਣ ਵਾਸਤੇ ਆਪਣੀ ਇਸ ਮਹਾਨ ਰਚਨਾ ਬੜੀ ਸਰਲ ਭਾਸ਼ਾ ਵਿੱਚ ਗੁਰਸਿੱਖੀ ਦੇ ਜੋ ਭਾਈ ਸਾਹਿਬ ਨੇ ਰਮਜ਼ਾਂ ਸਮਝਾਈਆਂ ਨੇ ਉਹਨਾਂ ਨੂੰ ਸਮਝਣ ਵਾਸਤੇ ਮਹਾਨ ਰਚਨਾ ਦੇ ਭਾਈ ਜੁੜ ਬੈਠੇ ਹੋ
ਗੁਰਸਿੱਖੀ ਦੇ ਗੁਰੂ ਡੂੰਘੇ ਪਾਤਸ਼ਾਹ ਦੀ ਭੇਦ ਬਖਸ਼ੀ ਹੋਈ ਰਮਜ਼ਾਂ ਫਤਿਹ ਜਾਓ। ਜਾਓ। ਵਾਹਿਗੁਰੂ ਜੀ ਉਹਨਾਂ ਨੂੰ ਕਾ ਸਮਝਣ ਖਾਲਸਾ ਵਾਸਤੇ ਜਿੱਥੇ ਜਿੱਥੇ ਵਾਹਿਗੁਰੂ ਭਾਈ ਜੀ ਭਾਈ ਕੀ ਜੁੜ ਬੈਠੇ ਹੋ, ਗੁਰੂ ਪਾਤਸ਼ਾਹ ਦੀ ਇਹ ਬਖਸ਼ੀ ਠੀਕ ਹੈ ਹੋਈ ਕਿ ਫਤਿਹ ਵਕਤਾ ਜਾਓ। ਦੀ ਵਾਹਿਗੁਰੂ ਜੀ ਕਾ ਇੱਕ ਖਾਲਸਾ ਖਾਸ ਜ਼ਿੰਮੇਵਾਰੀ ਵਾਹਿਗੁਰੂ ਜੀ ਤੇ ਕੀ ਮਜਬੂਰੀ ਹੁੰਦੀ ਹੈ ਕਿ ਜਿਹੜਾ ਪ੍ਰੋਗਰਾਮ ਠੀਕ ਹੈ ਕਿ ਲਿਖਿਆ ਵਕਤਾ ਹੈ ਦੀ ਚੱਲ ਰਿਹਾ ਹੈ, ਉਸ ਦੀ ਲੜੀ ਨੂੰ ਇੱਕ ਤੋੜਿਆ ਖਾਸ ਜ਼ਿੰਮੇਵਾਰੀ ਤੇ ਕਿਉਂਕਿ ਮੈਂ ਮਜਬੂਰੀ ਦੇਖ ਰਿਹਾ ਕਿ ਬੇਅੰਤ ਸੰਗਤਾਂ ਕਿ ਵੱਲੋਂ ਜਿਹੜਾ ਪ੍ਰੋਗਰਾਮ ਉਲੀਕਿਆ ਹੈ ਚੱਲ ਰਿਹਾ ਹੈ, ਉਸ ਦੀ ਗੁਰਸਿੱਖੀ ਲੜੀ ਜੀਵਨ ਤੋੜਿਆ। ਜਾਂਚ ਦੇ ਇਹ ਡੂੰਘੇ ਭੇਦ ਸੁਣ ਕੇ ਕਿਉਂਕਿ ਮੈਂ ਦੇਖ ਰਿਹਾ ਕਿ ਬੜੀ ਬੇਅੰਤ ਪ੍ਰਸੰਨਤਾ ਸੰਗਤਾਂ ਮਹਿਸੂਸ ਵੱਲੋਂ ਕੀਤੀ ਜਾ ਰਹੀ ਪਰ ਗੁਰਸਿੱਖੀ ਅੱਜ ਜੀਵਨ ਮੇਰੀ ਜਾਂਚ ਪੀੜੀ ਦੇ ਦੇ ਮਾਲੂਮ ਡੂੰਘੇ ਸ੍ਰੀ ਭੇਦ ਗੁਰੂ ਸੁਣ ਹਰਗੋਬਿੰਦ ਕੇ ਸਾਹਿਬ ਜੀ ਦਾ ਬੜੀ ਗੁਰਤਾ ਪ੍ਰਸੰਨਤਾ ਗੱਦੀ ਮਹਿਸੂਸ ਨਿਸ਼ੀਨੀ ਕੀਤੀ ਜਾ ਪੁਰਬ ਜਿਸ ਪਰ ਦੇ ਸੰਬੰਧ ਵਿੱਚ ਅੱਜ ਮੇਰੀ ਸਿੰਘ ਪੀੜੀ ਸਾਹਿਬ ਦੇ ਨੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਆਪ ਸਾਹਿਬ ਸਾਰਿਆਂ ਜੀ ਦਾ ਨੂੰ ਲੱਖ ਲੱਖ ਵਧਾਈਆਂ ਗੁਰਤਾ ਦਿੱਤੀਆਂ। ਗੱਦੀ ਨਿਸ਼ੀਨੀ ਮੈਂ ਵੀ ਉਸ ਵਧਾਈ ਇਸ ਦੇ ਵਿੱਚ ਸੰਬੰਧ ਸ਼ਾਮਲ ਵਿੱਚ ਹੁੰਦਾ ਹਾਂ ਸਿੰਘ ਵੀ ਆਪਾਂ ਸਾਹਿਬ ਨੇ ਸਾਰਿਆਂ ਨੂੰ ਆਪ ਗੁਰੂ ਸਾਰਿਆਂ ਪਾਤਸ਼ਾਹ ਨੂੰ ਲੱਖ ਦੇ ਲੱਖ ਵਧਾਈਆਂ ਦਿੱਤੀਆਂ ਗੁਰਤਾ ਨੇ। ਗੱਦੀ ਮੈਂ ਨਿਸ਼ਾਨੀ ਵੀ ਉਸ ਪੁਰਬ ਦੀ ਲੱਖ ਲੱਖ ਵਧਾਈ ਵਿੱਚ ਸ਼ਾਮਲ ਹੁੰਦਾ ਹਾਂ ਬਈ ਆਪਾਂ ਸਾਰਿਆਂ ਭਾਵੇਂ ਨੂੰ ਜਿਸ ਪੌੜੀ ਦਾ ਗੁਰੂ ਪਾਠ ਪਾਤਸ਼ਾਹ ਦੇ ਗੁਰੂ ਕੇ ਗੁਰਤਾ ਕੀਰਤਨੀਆਂ ਨੇ ਗੱਦੀ ਕੀਰਤਨ ਰੂਪ ਪੁਰਬ ਦੀ ਕੀਤਾ ਲੱਖ ਹੈ ਲੱਖ ਵਧਾਈ ਇਹ ਵੀ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਭਾਵੇਂ ਜਿਸ ਪੌੜੀ ਦਾ ਪਾਠ ਇਹਦੇ ਵਿੱਚ ਵੀ ਭਾਈ ਸਾਹਿਬ ਨੇ ਗੁਰੂ ਕੇ ਬਹੁਤ ਕੀਰਤਨੀਆਂ ਨੇ ਵੱਡੀ ਕੀਰਤਨ ਰੂਪ ਫਿਲਾਸਫੀ ਕੀਤਾ ਬਿਆਨ ਹੈ। ਕੀਤੀ ਇਹ ਵੀ ਭਾਈ ਗੁਰਦਾਸ ਜੀ ਦੀ ਉਚਾਰਨ ਆਮ ਲੋਕਾਂ ਨੂੰ ਨਹੀਂ ਪਤਾ ਕਿ ਭਾਈ ਇਹਦੇ ਸਾਹਿਬ ਵਿੱਚ ਕਹਿੰਦੇ ਵੀ ਭਾਈ ਪੰਜ ਸਾਹਿਬ ਨੇ ਪਿਆਲੇ ਬਹੁਤ ਪੰਜ ਵੱਡੀ ਪੀਰ ਛਟਮ ਡੂੰਘੀ ਪੀਰ ਫਿਲਾਸਫੀ ਬੈਠਾ ਬਿਆਨ ਗੁਰਬਾਣੀ ਪੀਰ ਸ਼ਬਦ ਜਿਹੜਾ ਹੈ, ਆਮ ਲੋਕਾਂ ਨੂੰ ਨਹੀਂ ਭਾਵੇਂ ਪਤਾ ਇਸਲਾਮੀ ਕਿ ਭਾਈ ਭਾਸ਼ਾ ਸਾਹਿਬ ਕਹਿੰਦੇ ਨੇ ਪੰਜ ਪਿਆਲੇ ਜਿਹੜਾ ਪੰਜ ਅਜ਼ਮਤ ਪੀਰ ਵਿੱਚ ਛਟਮ ਪੀਰ ਬੈਠਾ ਗੁਰਬਾਣੀ। ਸ਼ਕਤੀ ਵਿੱਚ ਰੂਹਾਨੀਅਤ ਦੀ ਸ਼ਬਦ ਪੱਧਰ ਜਿਹੜਾ ਤੇ ਬਹੁਤ ਉੱਚਾ ਭਾਵੇਂ ਉਹਨੂੰ ਇਸਲਾਮੀ ਲਿਖਿਆ ਭਾਸ਼ਾ ਜਿਹੜਾ ਤੇ ਅਜ਼ਮਤ ਭਾਈ ਵਿੱਚ ਸਾਹਿਬ ਕਹਿੰਦੇ ਨੇ ਪੰਜ ਪਿਆਲੇ ਵਿੱਚ ਪੰਜ ਪੀਰ ਰੂਹਾਨੀਅਤ ਦੀ ਗੁਰੂ ਪੱਧਰ ਤੇ ਨਾਨਕ ਦੇਵ ਬਹੁਤ ਜੀ ਤੋਂ ਉੱਚਾ ਲੈ ਕੇ ਉਹਨੂੰ ਗੁਰੂ ਅਰਜਨ ਕਿਹਾ। ਦੇਵ ਪਾਤਸ਼ਾਹ ਤੀਕ ਪੰਜ ਤੇ ਭਾਈ ਉਹ ਸਾਹਿਬ ਅਜ਼ੀਮ ਕਹਿੰਦੇ ਨੇ ਹਸਤੀਆਂ ਪੰਜ ਪਿਆਲੇ ਪੰਜ ਪੀਰ ਉਹ ਸਰਬ ਗੁਣ ਗੁਰੂ ਸੰਪੰਨ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਮਨੁੱਖਤਾ ਦੇ ਅਰਜਨ ਦੇਵ ਭਲੇ ਲਈ ਪਾਤਸ਼ਾਹ ਕਾਰਜ ਕਰਨ ਵਾਲੇ ਸਤਿਗੁਰੂ ਜੀ ਪੰਜ ਨੇ ਉਹ ਅਜ਼ੀਮ ਹਸਤੀਆਂ ਪੰਜ ਪਿਆਲੇ ਉਹ ਸਰਬ ਸਰਬ ਗੁਣ ਗੁਣ ਸੰਤੋਖ ਸੰਪੰਨ ਦਇਆ ਧਰਮ ਧੀਰਜ ਮਨੁੱਖਤਾ ਦੇ ਭਲੇ ਲਈ ਇਤਿਆਦਿ ਕਾਰਜ ਗੁਣ ਕਰਨ ਵਾਲੇ ਸਮੁੱਚੀ ਸਤਿਗੁਰੂ ਜੀ ਮਨੁੱਖਤਾ ਨੇ ਨੂੰ ਦਿੱਤੇ ਪੰਜ ਪਿਆਲੇ ਪੰਜ ਪਿਆਲੇ ਸਤ ਪੰਜ ਸੰਤੋਖ ਪੀਰ ਦਇਆ ਛਤਮ ਧਰਮ ਪੀਰ ਧੀਰਜ ਬੈਠਾ ਗੁਰ ਭਾਰੀ ਇਤਿਆਦਿਕ ਗੁਣ ਸਮੁੱਚੀ ਛੇਵੇਂ ਮਨੁੱਖਤਾ ਗੁਰੂ ਨੂੰ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਪੰਜ ਗੁਰਤਾ ਪਿਆਲੇ ਗੱਦੀ ਤੇ ਪੰਜ ਬਿਰਾਜਮਾਨ ਪੀਰ ਛਟਮ ਹੋਏ ਨੇ। ਪੀਰ ਬੈਠਾ ਗੁਰ ਭਾਰੀ ਪਰ ਮੈਂ ਕਈ ਵਾਰੀ ਸੋਚਦਾ ਛੇਵੇਂ ਕਿ ਗੁਰੂ ਸਿੱਖ ਜਗਤ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਇਤਿਹਾਸ ਗੁਰਤਾ ਨੂੰ ਨਾ ਗੱਦੀ ਪੜ੍ਹਨ ਤੇ ਕਰਕੇ ਬਿਰਾਜਮਾਨ ਹੋਏ ਨੇ ਕਈ ਵਾਰੀ ਐਸੇ ਮਨ ਵਿੱਚ ਪਰ ਸਵਾਲ ਮੈਂ ਕਈ ਪੈਦਾ ਵਾਰੀ ਕਰ ਲੈਂਦੇ ਸੋਚਦਾ ਕਿ ਸਿੱਖ ਜਗਤ ਕਿ ਉਹਨਾਂ ਵੱਲ ਵੇਖ ਕੇ ਕਈ ਵਾਰੀ ਮਨ ਆਪਣੇ ਵਿੱਚ ਇਤਿਹਾਸ ਸੋਚ ਨੂੰ ਪੈਦਾ ਨਾ ਹੋ ਪੜ੍ਹਨ ਜਾਂਦੀ ਕਰਕੇ। ਕੱਲ ਇੱਕ ਸਰਦਾਰ ਸਾਹਿਬ ਨੇ ਕਈ ਵਾਰੀ ਐਸੇ ਹਾਂਜੀ, ਮਨ ਮੈਨੂੰ ਵਿੱਚ ਸਮਝ ਸਵਾਲ ਨਹੀਂ ਪੈਦਾ ਆਈ। ਕਰ ਲੈਂਦੇ ਨੇ ਗੁਰੂ ਅਰਜਨ ਦੇਵ ਜੀ ਕਿ ਦਾ ਉਹਨਾਂ ਵੱਲ ਸ਼ਹੀਦੀ ਵੇਖ ਪੁਰਬ ਕੇ ਤੇ ਕਈ ਵਾਰੀ 29 ਮਨ ਵਿੱਚ ਗੁਰੂ ਸੋਚ ਅਰਜਨ ਪੈਦਾ ਹੋ ਸਾਹਿਬ ਜਾਂਦੀ ਜੀ ਦਾ ਕੱਲ੍ਹ ਹੀ ਗੁਰਤਾ ਸਰਦਾਰ ਗੱਦੀ ਸਾਹਿਬ ਨਿਸ਼ਾਨੀ ਨੇ। ਪੁਰਬ ਪਹਿਲਾਂ ਕਿਵੇਂ ਆ ਗਿਆ ਹਾਂ ਜੀ ਮੈਨੂੰ ਸਮਝ ਨਹੀਂ ਆਈ ਗੁਰੂ ਮੈਂ ਕਿਹਾ ਅਰਜਨ ਜੀ ਦੇਵ ਤੁਸੀਂ ਜੀ ਦਾ ਇਤਿਹਾਸ ਸ਼ਹੀਦੀ ਨਹੀਂ ਪੁਰਬ ਤੇ 29 ਨੂੰ ਹੈ ਜੇ ਕਦੇ ਆਪਣਾ ਇਤਿਹਾਸ ਪੜ੍ਹ ਲਓ, ਤਾਂ ਗੱਦੀ ਨਿਸ਼ਾਨੀ ਤੁਹਾਨੂੰ ਪਹਿਲਾਂ ਪਤਾ ਕਿਵੇਂ ਲੱਗਦਾ ਹੈ ਕਿ ਅੰਤਰਯਾਮੀ ਸਤਿਗੁਰੂ ਜਾਣਦੇ ਸਨ ਮੈਂ ਕਿਹਾ ਜੀ ਤੁਸੀਂ ਜਿਸ ਇਤਿਹਾਸ ਕਾਰਜ ਨਹੀਂ ਲਈ ਪੜ੍ਹਿਆ। ਜਿਸ ਮਿਸ਼ਨ ਲਈ ਜੇ ਅਸੀਂ ਜਾ ਕਦੇ ਰਹੇ ਹਾਂ ਇਤਿਹਾਸ ਪੜ੍ਹ ਲਓ ਉੱਥੇ ਤੁਹਾਨੂੰ ਸਾਡਾ ਪਤਾ ਲੱਗਦਾ ਹੈ ਸਰੀਰ ਕਿ ਵੀ ਲੇਖੇ ਲੱਗ ਜਾਣਾ ਹੈ। ਸਤਿਗੁਰੂ ਜਾਣਦੇ ਸਨ ਇਸ ਜਿਸ ਕਾਰਜ ਵਾਸਤੇ ਲਈ ਜਿਸ ਮਿਸ਼ਨ ਉਹਨਾਂ ਲਈ ਨੇ ਅਸੀਂ ਜਾ ਸ੍ਰੀ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਜਾਣ ਉੱਥੇ ਵੇਲੇ ਸਾਡਾ ਸਰੀਰ ਵੀ ਪਹਿਲਾਂ ਲੇਖੇ ਲੱਗ ਆਪਣੇ ਜਾਣਾ ਹੈ। ਲਖਤੇ ਜਿਗਰ ਇਕਲੌਤੇ ਬੇਟੇ ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਗੁਰਤਾ ਸ੍ਰੀ ਗੱਦੀ ਦਾ ਅੰਮ੍ਰਿਤਸਰ ਸਾਹਿਬ ਜ਼ਿੰਮੇਵਾਰ ਤੋਂ ਲਾਹੌਰ ਜਾਣ ਵੇਲੇ ਹੁਣ ਇਹ ਪਹਿਲਾਂ ਇਤਿਹਾਸ ਦਾ ਜਿਹੜਾ ਆਪਣੇ ਅੰਤਰ ਹੈ ਇਹਨੂੰ ਲਖਤੇ ਕੌਣ ਜਿਗਰ ਸਮਝੇਗਾ ਜੇ ਇਕਲੌਤੇ ਪੜਾਂਗੇ ਬੇਟੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ तो ਨੂੰ गल ਗੁਰਤਾ की ਗੱਦੀ गुरु ਦਾ हरगोबिंद साहब जी ने ਜ਼ਿੰਮੇਵਾਰ था। छठम पीर क्यों किया ਹੁਣ ਇਹ ਤੇ ਵੱਡਾ ਇਤਿਹਾਸ ਦਾ ਗੁਰੂ ਜਿਹੜਾ ਭਾਰੀ ਗੁਰੂ ਅੰਤਰ ਹੈ ਇਹਨੂੰ ਕਿਉਂ ਕੌਣ ਸਮਝੇਗਾ ਜੇ कोई ਪੜਾਂਗੇ पंक्ति में भाई साहब ने दसता तो दल गल भजन की गुरु हरगोबिंद ਸਾਹਿਬ बड़ ਜੀ योदा ਨੂੰ बहु ਛਠਮ परे ਪੀਰ पका ਕਿਉਂ ਕਿਹਾ जे ਇਹ इन्हां ਵੱਡਾ ਗੁਰੂ सारे ਭਾਰੀ गुणां दी ਗੁਰੂ व्याख्या ਕਿਉਂ कीती जाए ਇੱਕੋ ਹੀ ਪੰਕਤੀ ਫਿਰ ਵਿੱਚ ਸਾਨੂੰ ਭਾਈ ਪਤਾ ਸਾਹਿਬ ਨੇ ਲੱਗੇ। ਦੱਸਤਾ ਦਲ ਭੰਜਨ ਗੁਰ ਯੋਧੇ ਸੂਰਮਾ ਕਿਵੇਂ ਵੱਡ ਸਨ। ਯੋਧਾ ਬਹੁ ਉਹ ਪਰੇ दल ਪਕਾਏ। भंजन किवें सन ਜੇ ਉਹ ਇਹਨਾਂ ਪਰਉਪਕਾਰੀ ਸਾਰੇ ਕਿਵੇਂ ਗੁਣਾਂ ਸਨ। ਦੀ ਵਿਆਖਿਆ ਕੀਤੀ ਜਾਏ एक गुण ਫਿਰ ਸਾਨੂੰ ਪਤਾ उचारना पवे ਉਹ ਯੋਧੇ ਕਿਵੇਂ क्योंकि ਸਨ, गुरु हरगोबिंद ਉਹ ਦਲ साहब जी ने ਭੰਜਨ ਕਿਵੇਂ समझ लिया ਸਨ, ਉਹ ਪਰਉਪਕਾਰੀ कि ਕਿਵੇਂ जिस ਸਨ। शांत मूर्त ਇੱਕ ਗੁਣ सुखमनी साहिब उचारना दे पवे। रचयिता श्री गुरु ਕਿਉਂਕਿ ਗ੍ਰੰਥ ਗੁਰੂ ਸਾਹਿਬ ਜੀ ਦੇ ਹਰਗੋਬਿੰਦ ਸਾਹਿਬ ਸੰਪਾਦਕ ਸਮਝ ਲਿਆ ਹਰਮੰਦਰ ਸਾਹਿਬ ਕਿ ਦੀ ਜਿਸ ਸ਼ਾਂਤ ਸਾਰੀ ਮੂਰਤ ਕਰਨ ਵਾਲੇ
ਸੁਖਮਨੀ ਐਸੇ ਸਾਹਿਬ ਸ਼ਾਂਤ ਦੇ ਮੂਲ ਰਚੈਤਾ ਸਤਿਗੁਰੂ ਨੂੰ ਸਮੇਂ ਸ੍ਰੀ ਦੀ ਗੁਰੂ ਹਕੂਮਤ ਗ੍ਰੰਥ ਨੇ ਸਾਹਿਬ ਜੀ ਦੇ ਉਹ ਸੰਪਾਦਕ ਵਸੀਅਤ ਤੇ ਕਸ਼ਟ ਦੇ ਹਰਿਮੰਦਰ ਕੇ ਸਾਹਿਬ ਸ਼ਹੀਦ ਦੀ ਕਰ ਉਸਾਰੀ ਕਰਨ ਵਾਲੇ ਇਸ ਭਗਤੀ ਐਸੇ ਦੇ ਸ਼ਾਂਤ ਬਾਗ ਮੂਲ ਨੂੰ ਸਤਿਗੁਰੂ ਨੂੰ ਸਮੇਂ ਦੀ ਇਸ ਹਕੂਮਤ ਨੇ ਸ਼ੁਭ ਗੁਣਾਂ ਦੀ ਉਹ ਖੇਤੀ ਨੂੰ ਵਸੀਅਤ ਤੇ ਕਸ਼ਟ ਦੇ ਕੇ ਇਸ ਸ਼ਹੀਦ ਬਗੀਚੀ ਕਰ ਨੂੰ ਬਚਾਉਣ ਵਾਸਤੇ ਇਹ ਇਸ ਮਜ਼ਬੂਤ ਭਗਤੀ ਵਾਲ ਨਾ ਦੇ ਲਾਈ ਬਾਗ ਨੂੰ ਤਾਂ ਇਹ ਜਰਵਾਣੇ ਇਸ ਸ਼ੁਭ ਗੁਣਾਂ ਦੀ ਖੇਤੀ ਨੂੰ ਇਹ ਜਿਹੜੇ ਮੂੰਹ ਇਸ ਜੋੜ ਬੰਦੇ ਨੇ ਬਗੀਚੀ ਨੂੰ ਬਚਾਉਣ ਵਾਸਤੇ ਇਹਦਾ ਨੁਕਸਾਨ ਇਹ ਕਰਦੇ ਮਜ਼ਬੂਤ ਵਾਲ ਨਾ ਇਸ ਲਾਈ ਲਈ ਪਾਤਸ਼ਾਹ ਨੇ ਤਾਂ ਇਹ ਜਰਵਾਣੇ ਜਰਵਾਣੇ ਦੇ ਨਾਲ ਮੀਰੀ ਜੋੜ ਦਿੱਤੀ ਇਹ ਜਿਹੜੇ ਮੂੰਹ ਭਗਤੀ ਜੋੜ ਦੇ ਨਾਲ ਬੰਦੇ ਨੇ ਸ਼ਕਤੀ ਜੋੜ ਦਿੱਤੀ ਇਹਦਾ ਨੁਕਸਾਨ ਹਰਮੰਦਰ ਸਾਹਿਬ ਦੇ ਸਾਹਮਣੇ ਸਾਹਮਣੇ ਪਾਤਸ਼ਾਹ ਨੇ ਅਕਾਲ ਤਖਤ ਦੀ ਪੀਰੀ ਦੇ ਸਾਜਨਾ ਨਾਲ ਕਰ ਮੀਰੀ ਜੋੜ ਦਿੱਤੀ ਦਿੱਤੀ ਭਗਤੀ ਔਰ ਦੇ ਇਹ ਨਾਲ ਐਲਾਨੀਆਂ ਸ਼ਕਤੀ ਤੌਰ ਜੋੜ ਤੇ ਦਿੱਤੀ ਕਿਹਾ ਕਿ ਹਰਿਮੰਦਰ ਇਸ ਸਾਹਿਬ ਦੇ ਭਗਤੀ ਸਾਹਮਣੇ ਦੇ ਬਾਗ ਨੂੰ ਉਜੜਨ ਨਹੀਂ ਅਕਾਲ ਦੇਣਾ ਤਖਤ ਦੀ ਸਾਜਨਾ ਕਰ ਦਿੱਤੀ ਇਸ ਲਈ ਪੀਰੀ ਅਤੇ ਔਰ ਮੀਰੀ ਇਹ ਧਾਰਨ ਐਲਾਨੀਆਂ ਕਰਕੇ ਤੌਰ ਤੇ ਕਿਹਾ ਫਿਰ ਜੋ ਕੁਝ ਕਿ ਗੁਰੂ ਅਰਜਨ ਇਸ ਸਾਹਿਬ ਜੀ ਨੇ ਆਪਣੇ ਭਗਤੀ ਦੇ ਜੀਵਨ ਬਾਗ ਕਾਲ ਨੂੰ ਵਿੱਚ ਉਜੜਨ ਨਹੀਂ ਦੇਣਾ ਜੋ ਸਾਰਾ ਵਰਣਨ ਕੀਤਾ ਜਾਏ ਤੇ ਇਸ ਲਈ ਸਮਾਂ ਬਹੁਤ ਪੀਰੀ ਚਾਹੀਦਾ ਅਤੇ ਮੀਰੀ ਧਾਰਨ ਬਸ ਇੱਕ ਕਰਕੇ ਪੰਕਤੀ ਪੜ੍ਹ ਕੇ ਫਿਰ ਜੋ ਕੁਝ ਗੁਰੂ ਤੁਸੀਂ ਅਰਜਨ ਸਾਹਿਬ ਸਾਰੇ ਜੀ ਨੇ ਆਪਣੇ ਸ਼ਰਧਾ ਦੇ ਜੀਵਨ ਨਾਲ ਕਾਲ ਵਿੱਚ ਕੀਤਾ ਗੁਰੂ ਹਰਗੋਬਿੰਦ ਜੋ ਸਾਹਿਬ ਸਾਰਾ ਜੀ ਦੇ ਵਰਣਨ ਸੀਸ ਕੀਤਾ ਜਾਏ ਤੇ ਨਵਾਓ। ਸਮਾਂ ਬਹੁਤ ਚਾਹੀਦਾ ਦਲ ਹੈ। ਭੰਜਨ ਬਸ ਗੁਰ ਪੰਕਤੀ ਪੜ੍ਹ ਕੇ ਸੂਰਮਾ ਤੁਸੀਂ ਦਲ ਸਾਰੇ ਭੰਜਨ ਸ਼ਰਧਾ ਦੇ ਗੁਰ ਨਾਲ ਸੂਰਮਾ ਗੁਰੂ ਅਰਜਨ ਸਾਹਿਬ ਜੀ ਅੱਗੇ ਸੀਸ ਨਿਵਾਓ ਦਲ ਭੰਜਨ ਗੁਰ ਸੂਰਮਾ ਦਲ ਭੰਜਨ ਗੁਰ ਵਡ ਜੋਦਾ ਬਹੁ ਪਰੇ ਉਪਕਾਰੀ 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 ਵਿਚਾਰਨ ਲਈ ਥੋੜਾ ਇਤਿਹਾਸ ਵੀ ਪੜ੍ਹੋ ਜਦੋਂ ਤੀਕਰ ਤੁਸੀਂ ਆਪਣਾ ਇਤਿਹਾਸ ਆਪ ਨਹੀਂ ਪੜ੍ਹੋਗੇ ਤੁਹਾਨੂੰ ਬਹੁਤ ਸਾਰੇ ਟਪਲੇ ਲੱਗ ਜਾਣਗੇ ਭੁਲੇਖੇ ਵਿਚਾਰਨ ਲਈ ਥੋੜਾ ਤਾਂ ਇਤਿਹਾਸ ਮੈਂ ਅੱਜ ਪੜ੍ਹੋ ਇੰਨੇ ਅੱਖਰਾਂ ਜਦੋਂ ਨਾਲ ਤੀਕਰ ਤੁਸੀਂ ਗੁਰੂ ਆਪਣਾ ਹਰਗੋਬਿੰਦ ਇਤਿਹਾਸ ਸਾਹਿਬ ਜੀ ਦੇ ਆਪ ਗੁਰਤਾ ਗੱਦੀ ਨਿਸ਼ਾਨੀ ਤੁਹਾਨੂੰ ਬਹੁਤ ਸਾਰੇ ਸੰਬੰਧੀ ਟਪਲੇ ਲੱਗ ਜਾਣਗੇ ਇੰਨੇ ਕੁ ਵਿਚਾਰ ਤੋਂ ਮੈਂ ਤੁਹਾਡੇ ਨਾਲ ਅੱਜ ਸਾਂਝੇ ਇੰਨੇ ਕੀਤੇ ਨੇ ਤੇ ਅੱਖਰਾਂ ਲੜੀ ਨਾਲ ਜੁੜਨ ਦਾ ਗੁਰੂ ਯਤਨ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਅੱਜ ਦੀ ਜੋ ਨਿਸ਼ਾਨੀ 12ਵੀਂ ਸੰਬੰਧੀ ਵਾਰ ਦੀ ਇੰਨੇ ਕੁ ਵਿਚਾਰ 7ਵੀਂ ਤੁਹਾਡੇ ਨਾਲ ਪੌੜੀ ਹੈ ਸਾਂਝੇ ਕੀਤੇ ਨੇ ਤੇ ਲੜੀ ਨਾਲ ਜੋੜਨ ਦਾ ਯਤਨ ਕਰਨਾ ਅੱਜ ਦੀ ਜੋ 12ਵੀਂ ਵਾਰ ਅੱਜ ਦੀ 12ਵੀਂ ਵਾਰ ਦੀ 5ਵੀਂ 7ਵੀਂ ਪੌੜੀ ਹੈ ਜਿਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਜਿਹੜਾ ਗੁਰੂ ਦਾ ਅੱਜ ਸਿੱਖ 12ਵੀਂ ਵਾਰ ਦੀ ਮਨ 5ਵੀਂ ਕਰਕੇ ਪੌੜੀ ਖਿਮਾ ਕਰ ਬਚਨ ਕਰਕੇ ਕਰਮ ਜਿਹਦੇ ਵਿੱਚ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਇਹਨਾਂ ਜੀ ਨੇ ਗੁਣਾਂ ਦਾ ਦੱਸਿਆ ਧਾਰਨੀ ਹੋ ਜਾਂਦਾ ਹੈ ਕਿ ਜਿਹੜਾ ਜਿਨ੍ਹਾਂ ਗੁਰੂ ਗੁਣਾਂ ਸਿੱਖ ਦਾ ਜ਼ਿਕਰ ਪਿਛਲੀਆਂ 4 ਮਨ ਕਰਕੇ 5 ਪੌੜੀਆਂ ਵਿੱਚ ਬਚਨ ਕੀਤਾ ਹੈ। ਕਰਕੇ ਕਰਮ ਕਰਕੇ ਆਪ ਜੀ ਨੇ ਸੁਣ ਇਹਨਾਂ ਲਿਆ ਕਿ ਗੁਣਾਂ ਦਾ ਬਲਿਹਾਰੀ ਧਾਰਨੀ ਹੋ ਹੋ ਜਾਂਦੇ ਜਾਂਦਾ। ਸਿੱਖਾਂ ਜਿਨ੍ਹਾਂ ਜਾਏ ਗੁਣਾਂ ਦਾ ਜਿਨ੍ਹਾਂ ਜ਼ਿਕਰ ਗੁਰਦਰਸ਼ਨ ਪਿਛਲੀਆਂ ਦਿੱਤਾ। 4-5 ਪੌੜੀਆਂ ਵਿੱਚ ਗੁਰਬਾਣੀ ਕੀਤਾ ਹੈ। ਇਹਨਾਂ ਗੁਰਸਿੱਖਾਂ ਪਿਛਲੇ ਰਾਤੀ ਆਪ ਜੀ ਨੇ ਉਠਵਾਂਦੇ ਸੁਣ ਲਿਆ ਕਿ ਬਲਿਹਾਰੀ ਤੋਂ ਵਾਰਿਆ ਹੁੰਦੇ ਤਾਣ ਜੋ ਜਾਏ ਹੋਏ ਜਿਨ੍ਹਾਂ ਨਤਾਣਾ ਗੁਰਦਰਸ਼ਨ ਡਿਠਾ ਹਉ ਤਿਸ ਘੋਲ ਕਮਾਇਆ ਗੁਰਬਾਣੀ ਗੁਰਬਾਣੀ ਦੇ ਦੇ ਗਰੀਬੀ ਆ ਗੁਰਸਿੱਖਾਂ ਪਿਛਲੇ ਰਾਤੀ ਉੱਠ ਇਹ ਆਪ ਬੰਦੇ ਜੀ ਨੇ ਹਉ ਤਿਸ ਵਿਟੋਂ ਵਾਰਿਆ ਹੁੰਦੇ ਤਾਣ ਜੋ ਹੋਏ ਚੰਗੀ ਨਤਾਣਾ। ਤਰ੍ਹਾਂ ਵਿਚਾਰ ਕੋਲ ਸ਼ਰਮਾਇਆ ਕਮਾਇਆ ਗੁਰਮਤਿ ਦੇ ਗਰੀਬੀ ਆ ਅੱਜ 5ਵੀਂ ਪੌੜੀ ਆਪ ਵਿੱਚ ਜੀ ਭਾਈ ਨੇ ਸਾਹਿਬ ਜੀ ਕੁਝ ਹੋਰ ਉਹਨਾਂ ਵਿਸ਼ੇਸ਼ ਚੰਗੀ ਤਰ੍ਹਾਂ ਤਰ੍ਹਾਂ ਦਾ ਜ਼ਿਕਰ ਕਰਦੇ ਵਿਚਾਰ ਨੇ ਸ਼ਰਮਣ ਜਿਹੜੇ ਗੁਰੂ ਕੇ ਸਿੱਖ ਵਿੱਚ ਹੋਣੇ ਅੱਜ ਚਾਹੀਦੇ 5ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਤੇ ਕੁਝ ਜਦੋਂ ਹੋਰ ਅਸੀਂ ਸਵੈ ਪੜਚੋਲ ਉਹਨਾਂ ਕਰਾਂਗੇ ਵਿਸ਼ੇਸ਼ ਗੁਣਾਂ ਫਿਰ ਦਾ ਸਾਨੂੰ ਜ਼ਿਕਰ ਪਤਾ ਲੱਗ ਕਰਦੇ ਨੇ, ਜਾਏਗਾ ਕਿ ਸਾਡੇ ਜਿਹੜੇ ਵਿੱਚ ਗੁਰੂ ਗੁਣ ਦੇ ਹਨ ਸਿੱਖ ਕਿ ਵਿੱਚ ਨਹੀਂ ਹੋਣੇ ਚਾਹੀਦੇ ਜੇ ਗੁਣ ਨਹੀਂ ਹੈਗੇ ਤੇ ਜਦੋਂ ਜੇ ਅਸੀਂ ਗੁਣ ਸਵੈ ਪੈਦਾ ਪੜਚੋਲ ਕਰਨੇ ਨੇ, ਕਰਾਂਗੇ ਜੇ ਗੁਣ ਫਿਰ ਨਹੀਂ ਸਾਨੂੰ ਹੈਗੇ ਪਤਾ ਲੱਗ ਜਾਏਗਾ ਤੇ ਕਿ ਗੁਰੂ ਨੂੰ ਸਾਡੇ ਵਿੱਚ ਉਲਾਂਭਾ ਗੁਣ ਦੇਣ ਹੈ ਦੀ ਕਿ ਬਜਾਏ ਨਹੀਂ। ਪਹਿਲਾਂ ਆਪਣੇ ਅੰਦਰ ਜੇ ਝਾਤ ਗੁਣ ਮਾਰਨੀ ਨਹੀਂ ਹੈ ਹੈਗੇ ਤੇ ਗੁਣ ਗੁਰੂ ਨੇ ਪੈਦਾ ਤੇ ਕਰਨੇ ਸਾਡੀ ਨੇ। ਜੀਵਨ ਉਸਾਰੀ ਜੇ ਐਸੀ ਗੁਣ ਨਹੀਂ ਕੀਤੀ ਬਰਸੀ ਹੈਗੇ ਨਹੀਂ ਬਣਾ ਸਕੇ ਤੇ ਗੁਰੂ ਨੂੰ ਉਲਾਂਭਾ ਦੇਣ ਅਸੀਂ ਦੀ ਉਹੋ ਬਜਾਏ ਜਿਹੇ ਗੁਣਾਂ ਦੀ ਪਹਿਲਾਂ ਧਾਰਨੀ ਆਪਣੇ ਅੰਦਰ ਨਹੀਂ ਹੋ ਝਾਤ ਸਕੇ। ਮਾਰਨੀ ਹੈ। ਮੇਰੇ ਸਮੇਤ ਗੁਰੂ ਨੇ ਤੇ ਮੈਂ ਸਾਡੀ ਸਿਰਫ ਤੁਹਾਡੀ ਜੀਵਨ ਗੱਲ ਨਹੀਂ ਉਸਾਰੀ ਕਰ ਐਸੀ ਕੀਤੀ ਬਰਸੀ ਨਹੀਂ ਕਿਉਂਕਿ ਬਣਾ ਸੁਣ ਸਕੇ। ਸੁਣ ਕੇ ਪੜ ਕੇ ਸਮਝ ਅਸੀਂ ਆਉਂਦੀ ਉਹੋ ਹੈ ਜਿਹੇ ਗੁਣਾਂ ਦੇ ਕਿ ਧਾਰਨੀ ਭਾਈ ਨਹੀਂ ਹੋ ਗੁਰਦਾਸ ਜੀ ਸਕੇ। ਨੇ ਮੇਰੇ ਗੁਰਮਤਿ ਸਮੇਤ ਦੀ ਮੈਂ ਗੁਰਸਿੱਖੀ ਸਿਰਫ ਦੀ ਤੁਹਾਡੀ ਜਨਮ ਗੱਲ ਜਾਚ ਨੂੰ ਕਿਉਂਕਿ ਕਿਤਨਾ ਸੁਣ ਸੁਣ ਨੇੜਿਓਂ ਕੇ ਹੋ ਪੜ੍ਹ ਕੇ ਪੜ੍ਹ ਅਧਿਐਨ ਸਮਝ ਕੀਤਾ ਆਉਂਦੀ ਹੈ ਕਿਤਨੀ ਭਾਈ ਉਹਨਾਂ ਦੀ ਗੁਰਦਾਸ ਬਰੀਕ ਜੀ ਨੇ ਸਟੱਡੀ ਹੈ ਗੁਰਮਤਿ ਤੇ ਦੀ ਕਿਤਨੇ ਉਹ ਆਪ ਗੁਰਸਿੱਖੀ ਗੁਣਾਂ ਦੀ ਦੇ ਜੀਵਨ ਧਾਰਨੀ ਜਾਚ ਹਨ। ਨੂੰ ਤੋ ਅੱਜ ਕਿਤਨਾ ਨਾ ਨੇੜਿਓਂ ਹੋ ਭਾਈ ਕੇ ਸਾਹਿਬ ਅਧਿਐਨ ਕਹਿੰਦੇ ਨੇ ਕੀਤਾ ਹੈ। ਕਿਤਨੀ ਉਹਨਾਂ ਦੀ ਹਾਂ। ਬਰੀਕ ਸਟੱਡੀ ਹੈ ਜਿਸ ਕਿਤਨੇ ਦਾ ਉਹ ਆਪ ਚੌਖ ਦੇ ਧਾਰਨੀ ਨਹੀਂ ਹਨ। ਤੋ ਅੱਜ ਦੀ ਪੌੜੀ ਵਿੱਚ ਹੁਣ ਭਾਈ ਜਿਹੜਾ ਸਾਹਿਬ ਚੌਖ ਕਹਿੰਦੇ ਨਹੀਂ ਹੈ ਨੇ ਸ਼ਬਦ ਹੈ ਪਹਿਲਾਂ ਇਹਨੂੰ ਵਿਚਾਰ ਲਈ ਹਾਂ ਕਿਉਂਕਿ ਬਾਰ-ਬਾਰ ਚੌਖ ਨਹੀਂ ਹੈ। ਚੌਖਨੀਏ ਦਾ ਮਤਲਬ ਹੈ ਚਾਰ ਟੁੱਟੇ ਹੋ ਜਾਣ। ਪਹਿਲਾਂ ਇਹਨੂੰ ਵਿਚਾਰ ਲਈ
चार खंड होके क्योंकि कुर्बान बार बार हर पंक्ति कुर्बानी भी एक भावना है, सत्कार की भावना है। का मतलब है चार जिमें टुटे पहला हो जाए। बलिहारी किया, कुर्बानी चार किया, खंड होके होत कुर्बान हो जाए। वारिया किया, होत कुर्बानी की एक माया भावना है, सत्कार भी एक भावना ਇਹਦੀ है। ਸੈਂਸ ਨੂੰ ਸਮਝਣ। जिमें पहला बलिहारी आम किया, तौर ते कुर्बानी ਤੁਸੀਂ ਇਹ किया, ਮੁਹਾਵਰਾ ਵੀ होत ਵਰਤਦੇ ਹੋ। सिमटों वारिया किया, होत ਜਦੋਂ ਕਿਸੇ ਦੇ माया ਕੰਮ किया। ਤੋਂ ਤੁਸੀਂ ਬਹੁਤ ਇਹਦੀ ਪ੍ਰਸੰਨ ਸੈਂਸ ਚਿੱਤ ਹੋ ਨੂੰ ਜਾਓ, भाई तुसी आम आगे तौर वारने ते जाइए, ये मुहावरा भी वरतदे तेरे तो कुर्बान जाइए, जदों किसे दे तेरे काम गुणां तो नूं वेख के मन बड़ा ਤੁਸੀਂ प्रसन्न बहुत होया। प्रसन्न चित्त हो जाओ। ते भाई साहब भाई कहंदे तुसी ने आगे वारने जाइए, भाई तिस दै चौखनी तेरे तो है। कुर्बान जाइए, मैं उस तेरे गुणां नूं वेख के मन बड़ा प्रसन्न होया। चार टोटे होके कुर्बान ने हाँ मैं आपां नूं छावर करदा नहीं है, किहड़े सिख तो मैं उस गुरसिख तो गुर परमेश्वर एको जाने टूटे होके कुर्बान हो। अज तक मैं आपां नूं छावर करदा किहड़े ये सिख गल तो असीं नहीं समझ सके। गुर परमेश्वर ऐसी गल एको नहीं। जाने। ਜਿਹੜੇ ਗੁਰੂ ਤੇ ਪਰਮੇਸ਼ਰ ਅੱਜ ਦਾ ਤੱਕ ਕੋਈ ਗੁਰੂ ਅੰਤਰ ਕੇ ਨਹੀਂ ਸਿੱਖ ਸਮਝਦੇ, ਇਹ ਗੱਲ ਅਸੀਂ ਪਰ ਨਹੀਂ ਬਹੁਤਿਆਂ ਨੂੰ ਸਮਝਦੇ। ਭੁਲੇਖਾ ਲੱਗ ਜਾਂਦਾ। ਹੈਨ ਵਿਰਲੇ ਜਿਹੜੇ ਐਸੀ ਗੱਲ ਇਹ ਨਹੀਂ। ਕਹਿੰਦੇ ਨੇ ਜੀ ਅਸੀਂ ਜਿਹੜੇ ਗੁਰੂ ਗੁਰੂ ਤੇ ਨਾਨਕ ਸਾਹਿਬ ਦੇ ਪਰਮੇਸ਼ਰ ਸਿੱਖ ਹਾਂ, ਕੋਈ ਅੰਤਰ ਨਹੀਂ ਸਮਝਦੇ, ਇਹਦਾ ਮਤਲਬ ਉਹ ਦੂਜੇ ਪਰ ਗੁਰੂ ਬਹੁਤਿਆਂ ਸਾਹਿਬਾਨ ਨੂੰ ਤੋਂ ਭੁਲੇਖਾ ਵੱਖਰਾ ਲੱਗ ਸਮਝ ਜਾਂਦਾ। ਰਹੇ ਨੇ। ਜਿਹੜੇ ਇਹ ਕਹਿੰਦੇ ਨੇ ਨਾ, ਜੀ ਨਾ। ਅਸੀਂ ਤੇ ਗੁਰੂ ਨਾਨਕ ਐਸਾ ਸਾਹਿਬ ਭੁੱਲ ਦੇ ਕਦੇ ਸਿੱਖ ਨਹੀਂ ਹਾਂ। ਕਰ। ਜੋ ਇਹਦਾ ਤੋ ਮਤਲਬ ਹਾਂ ਉਹ ਦੂਜੇ ਗੁਰੂ ਸਾਹਿਬਾਨ ਤੋਂ ਵੱਖਰਾ ਸਮਝ ਰਹੇ ਨੇ। ਸਹਿਕਾਇਆਂ ਫੇਰ ਪਲਟੀ, ਨਾ ਨਾ ਜੋਤ ਉਹੀ ਕੰਮ ਕਰ ਰਹੀ ਭੁੱਲ ਹੈ। ਕਦੇ ਨਹੀਂ ਕਰ। ਦਸਾਂ ਜੋਤ ਗੁਰੂਆਂ ਵਿੱਚ ਉਹ ਜੋਤ ਉਹੀ ਕੰਮ ਕਰ ਰਹੀ ਹੈ, ਸਾਏ ਜੁਗਤ ਉਹੀ ਕੰਮ ਕਰ ਰਹੀ ਹੈ। ਪਲਟੀ ਸਿਰਫ ਫਰਕ ਇਹ ਜੋਤ ਉਹੀ ਕੰਮ ਕਰ ਰਹੀ ਹੈ ਕਿ ਜਿਵੇਂ ਕੋਈ ਨੀਂਹ ਰੱਖੀ ਜਾਂਦੀ ਕਿਸੇ ਮਕਾਨ ਦੀ, ਜੋਤ ਉਹੀ ਕੰਮ ਕਰ ਰਹੀ ਹੈ। ਉਹਨੂੰ ਨੀਂਹ ਕਿਹਾ ਜਾਂਦਾ। ਜੋਤ ਉਹੀ ਕੰਮ ਕਰ ਰਹੀ ਹੈ। ਉਹਨੂੰ ਸਿਰਫ ਫਰਕ ਮੁਕੰਮਲ ਇੰਨਾ ਹੈ ਮਕਾਨ ਨਹੀਂ ਕਿਹਾ ਜਾਂਦਾ, ਕਿ ਜਿਵੇਂ ਕੋਈ ਨੀਂਹ ਪਰ ਰੱਖੀ ਹੌਲੀ ਜਾਂਦੀ ਹੌਲੀ ਉਸ ਮਕਾਨ ਨੀਂਹ ਦੀ, ਦੇ ਉੱਤੇ ਦੀਵਾਰਾਂ ਉਹਨੂੰ ਨੀਂਹ ਉਸਰਦੀਆਂ ਕਿਹਾ। ਨੇ। ਉਹਨਾਂ ਦੀਵਾਰਾਂ ਵਿੱਚ ਉਹਨੂੰ ਮੁਕੰਮਲ ਬੂਹੇ, ਬਾਰੀਆਂ, ਮਕਾਨ ਨਹੀਂ ਕਿਹਾ ਰੋਸ਼ਨਦਾਨ ਜਾਂਦਾ। ਰੱਖੇ ਜਾਂਦੇ ਨੇ। ਪਰ ਹੌਲੀ ਹੌਲੀ ਉਸ ਇਹੀ ਨੀਂਹ ਕਿਹਾ ਦੇ ਜਾਏਗਾ ਉੱਤੇ ਦੀਵਾਰਾਂ ਉਸਰਦੀਆਂ ਦੀਵਾਰਾਂ ਨੇ, ਉਸਰਦੀਆਂ ਨੇ। ਰੋਸ਼ਨਦਾਨ ਬੂਹੇ, ਉਹਨਾਂ ਬਾਰੀਆਂ ਦੀਵਾਰਾਂ ਰੱਖੇ ਗਏ ਨੇ। ਬੂਹੇ, ਬਾਰੀਆਂ, ਰੋਸ਼ਨਦਾਨ ਲੈਂਟਰ ਰੱਖੇ ਵੀ ਪੈ ਜਾਂਦੇ ਜਾਏ, ਨੇ। ਅਸੀਂ ਉਹਨੂੰ ਮੁਕੰਮਲ ਇਹੀ ਮਕਾਨ ਕਿਹਾ ਨਹੀਂ ਕਹਿੰਦੇ। ਜਾਏਗਾ, ਦੀਵਾਰਾਂ ਉਸਰ ਗਈਆਂ ਨੇ। ਮੁਕੰਮਲ ਮਕਾਨ ਦੇ ਉਹਦੇ ਰੋਸ਼ਨਦਾਨ ਹੁੰਦਾ ਜਦੋਂ ਉਹਨੂੰ ਬਾਰੀਆਂ ਫਾਈਨਲ ਰੱਖੇ ਗਏ ਟੱਚ ਨੇ। ਦਿੱਤਾ ਜਾਂਦਾ। ਲੈਂਟਰ ਵੀ ਪੈ ਜਾਏ, ਇਸੇ ਤਰ੍ਹਾਂ ਗੁਰੂ ਅਸੀਂ ਉਹਨੂੰ ਨਾਨਕ ਮੁਕੰਮਲ ਮਕਾਨ ਨਹੀਂ ਵਿਚਾਰ ਕਹਿੰਦੇ। ਧਾਰਾ ਦੀ ਨੀਂਹ ਰੱਖੀ, ਮੁਕੰਮਲ ਮਕਾਨ ਤੇ ਉਦੋਂ ਹੀ ਉਸੇ ਹੁੰਦਾ ਜਦੋਂ ਵਿਚਾਰ ਉਹਨੂੰ ਧਾਰਾ ਫਾਈਨਲ ਟੱਚ ਰੂਪੀ ਦਿੱਤਾ ਮਹਿਲ ਨੂੰ ਸੱਚ ਉਹਨਾਂ ਤੋਂ ਬਾਅਦ ਤਰ੍ਹਾਂ ਹੋਣ ਵਾਲੇ ਪਾਤਸ਼ਾਹ ਗੁਰੂ ਨੇ ਸਾਹਿਬਾਨ ਵਿਚਾਰ ਨੇ ਮੁਕੰਮਲ ਨਹੀਂ ਕੀਤਾ। ਰੱਖੀ। ਉਹਦੇ ਵਿੱਚ ਆਪਣਾ ਆਪਣਾ ਉਸੇ ਯੋਗਦਾਨ ਤੇ ਵਿਚਾਰ ਹਿੱਸਾ ਧਾਰਾ ਪਾਇਆ। ਰੂਪੀ ਮਹਿਲ ਨੂੰ ਭਾਈ ਸਾਹਿਬ ਕਹਿੰਦੇ ਉਹਨਾਂ ਨੇ ਤੋਂ ਮੈਂ ਬਾਅਦ ਉਸ ਹੋਣ ਗੁਰਸਿੱਖ ਵਾਲੇ ਤੋਂ ਕੁਰਬਾਨ ਗੁਰੂ ਜਾਣਾ, ਸਾਹਿਬਾਨ ਨੇ ਮੁਕੰਮਲ ਕੀਤਾ। ਮੈਂ ਉਹਦੇ ਤੋਂ ਚਾਰ ਉਹਦੇ ਵਿੱਚ ਟੁੱਟੇ ਆਪਣਾ ਹੋ ਕੇ ਵਾਰਨੇ ਯੋਗਦਾਨ ਜਾਣਾ, ਤੇ ਹਿੱਸਾ ਪਾਇਆ। ਜਿਸ ਨੂੰ ਐਸੀ ਭਾਈ ਦ੍ਰਿੜਤਾ ਸਾਹਿਬ ਪ੍ਰਾਪਤ ਨੇ ਹੋ ਮੈਂ ਗਈ ਉਸ ਗੁਰਸਿੱਖ ਤੋਂ ਕਿ ਗੁਰੂ ਕੁਰਬਾਨ ਤੇ ਜਾਣਾ। ਪਰਮੇਸ਼ਵਰ ਵਿੱਚ ਕੋਈ ਮੈਂ ਉਹਦੇ ਅੰਤਰ ਤੋਂ ਨਹੀਂ। ਚਾਰ ਟੁੱਟੇ ਹੋ ਕੇ ਗੁਰੂ ਵਾਰਨੇ ਜਾਣਾ। ਪਰਮੇਸ਼ਵਰ ਰੂਪ ਹੈ, ਗੁਰੂ ਜਿਸ ਪਰਮੇਸ਼ਵਰ ਨੂੰ ਐਸੀ ਇੱਕੋ ਦ੍ਰਿੜਤਾ ਜਾਨ, ਪ੍ਰਾਪਤ ਹੋ ਗਈ ਜਿਹੜਾ ਗੁਰੂ ਤੇ ਗੁਰੂ ਪਰਮੇਸ਼ਵਰ ਨੂੰ ਇੱਕੋ ਸਰੂਪ ਕੋਈ ਸਮਝਦਾ ਹੈ, ਅੰਤਰ ਨਹੀਂ। ਜਿਹਨੂੰ ਕੋਈ ਅੰਤਰ ਗੁਰੂ ਪਰਮੇਸ਼ਵਰ ਮੈਂ ਤੇ ਕਈ ਵਾਰੀ ਦੁਖੀ ਮਨ ਨਾਲ ਪਰਮੇਸ਼ਵਰ ਕਹਿਣਾ, ਇੱਕੋ ਆ ਜਾਨ। ਜਿਹੜੇ ਅੰਨੇ ਲੋਕ ਜਿਹੜਾ ਗੁਰੂ ਤੇ ਗੁਰੂ ਗ੍ਰੰਥ ਪਰਮੇਸ਼ਵਰ ਸਾਹਿਬ ਨੂੰ ਦੀ ਇੱਕੋ ਬੇਅਦਬੀ ਸਰੂਪ ਕਰਦੇ, ਸਮਝਦਾ ਹੈ, ਬਾਣੀ ਦੀ ਜਿਹਨੂੰ ਕੋਈ ਬੇਅਦਬੀ ਅੰਤਰ ਕਰਦੇ ਨੇ, ਉਹ ਅੰਨੇ ਮੈਂ ਨੇ। ਕਈ ਵਾਰੀ ਦੁਖੀ ਮਨ ਨਾਲ ਕਹਿਣਾ, ਉਹਨਾਂ ਨੇ ਗੁਰੂ ਆ ਗ੍ਰੰਥ ਜਿਹੜੇ ਸਾਹਿਬ ਦੀ ਅੰਨੇ ਮਹੱਤਤਾ ਨੂੰ ਲੋਕ ਜਾਣਿਆ ਹੀ ਗੁਰੂ ਨਹੀਂ, ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ, ਕਿਉਂਕਿ ਬਾਣੀ ਦੀ ਸਤਿਗੁਰ ਬੇਅਦਬੀ ਕਰਦੇ ਨੇ, ਉਹ ਅੰਨੇ ਸਦਾ ਨੇ। ਨਿਰਵੈਰ ਹੈ। ਉਹਨਾਂ ਨੇ ਗੁਰੂ ਸਤਿਗੁਰ ਗ੍ਰੰਥ ਤੇ ਸਾਹਿਬ ਨਿਰਵੈਰ ਦੀ ਮਹੱਤਤਾ ਨੂੰ ਜਾਣਿਆ ਹੀ ਇਹਨਾਂ ਨਹੀਂ। ਕੋਲ ਕੋਈ ਆ ਕੇ ਬਾਣੀ ਸੁਣੇ, ਉਪਦੇਸ਼ ਸੁਣੇ, ਕਿਉਂਕਿ ਇਹ ਤਾਂ ਹਰ ਇੱਕ ਨੂੰ ਬੁੱਕਲ ਵਿੱਚ ਲਿਖਿਆ। ਸਦਾ ਨਿਰਵੈਰ ਹੈ। ਇਹਨਾਂ ਦੀ ਨਿਰਵੈਰਤਾ ਸਮਝਣੀ ਸਤਿਗੁਰ ਹੋਵੇ ਤੇ ਤੇ ਨਿਰਵੈਰ। ਬਾਣੀ ਪੜ੍ਹ ਕੇ ਦੇਖੋ। ਇਹਨਾਂ ਕੋਲੋਂ ਕੋਈ ਆ ਕੇ ਇੱਥੇ ਬਾਣੀ ਸਾਰੇ ਸੁਣੇ, 15 ਉਪਦੇਸ਼ ਭਗਤਾਂ ਨੇ ਸੁਣੇ, ਬਾਣੀ, ਇਹ ਤਾਂ ਹਰ ਇੱਕ ਜਿਹੜੇ ਨੂੰ ਵੱਖ-ਵੱਖ ਜ਼ਾਤਾਂ ਦੇ, ਇਹਨਾਂ ਦੀ ਪਾਤਾਂ ਦੇ, ਨਿਰਵੈਰਤਾ ਬਰਾਦਰੀਆਂ ਦੇ, ਸਮਝਣੀ ਹੋਵੇ ਤੇ ਬਾਣੀ ਇਲਾਕਿਆਂ ਪੜ੍ਹ ਦੇ, ਕੇ ਦੇਖੋ। ਬੋਲੀਆਂ ਬੋਲਣ ਵਾਲੇ, ਇੱਥੇ ਕੋਈ ਸਾਰੇ ਅੱਲਾ ਕਹਿਣ 15 ਵਾਲਾ, ਭਗਤਾਂ ਕੋਈ ਦੀ ਗੋਪਾਲ ਬਾਣੀ, ਕਹਿਣ ਵਾਲਾ, ਕੋਈ ਜਿਹੜੇ ਰਾਮ ਕਹਿਣ ਵੱਖ-ਵੱਖ ਵਾਲਾ, ਕੋਈ ਰਹੀਮ, ਜ਼ਾਤਾਂ ਦੇ, ਸਾਰਿਆਂ ਨੂੰ ਬਰਾਦਰੀਆਂ ਆਪਣੇ ਕੋਲ ਦੇ, ਬਿਠਾਇਆ ਤੇ ਇਲਾਕਿਆਂ ਆਦਰ ਦੇ, ਬੋਲੀਆਂ ਬੋਲਣ ਵਾਲੇ, ਐਸੇ ਗੁਰੂ ਅੱਲਾ ਦੀ ਕਹਿਣ ਮਹੱਤਤਾ ਵਾਲਾ, ਨੂੰ ਨਾ ਗੋਪਾਲ ਸਮਝਦੇ ਕਹਿਣ ਹੋਏ ਵਾਲਾ, ਕੋਈ ਰਾਮ ਆ ਕਹਿਣ ਜਿਹੜੇ ਵਾਲਾ, ਅੰਨੇ ਕੋਈ ਲੋਕ ਗੁਰੂ ਗ੍ਰੰਥ ਸਾਹਿਬ ਦੀ ਸਾਰਿਆਂ ਨੂੰ ਬੇਅਦਬੀ ਆਪਣੇ ਕਰ ਰਹੇ ਕੋਲ ਨੇ, ਬਿਠਾਇਆ ਤੇ ਆਦਰ ਦਿੱਤਾ। ਉਹ ਆਪਣੀਆਂ ਜੜਾਂ ਆਪ ਐਸੇ ਗੁਰੂ ਦੀ ਮਹੱਤਤਾ ਉਹ ਨੂੰ ਨਾ ਆਪਣੀਆਂ ਸਮਝਦੇ ਬੇੜੀਆਂ ਹੋਏ ਵਿੱਚ ਆਪ ਵੱਟੇ ਪਾ ਰਹੇ ਨੇ। ਅੰਨੇ ਲੋਕ ਗੁਰੂ ਗ੍ਰੰਥ ਤੇ ਕਈ ਸਾਹਿਬ ਵਾਰੀ ਦੀ ਕਈ ਬੇਅਦਬੀ ਕਰ ਗੁਰਸਿੱਖ ਰਹੇ ਨੇ। ਹੋਣ ਵਾਲਿਆਂ ਨੂੰ ਵੀ ਭੁਲੇਖਾ ਉਹ ਲੱਗ ਜਾਂਦਾ ਆਪਣੀਆਂ ਹੈ, ਜੜਾਂ ਆਪ ਸ਼ਾਇਦ ਇਹ ਗੁਰੂ ਹੋਰ ਨੇ, ਉਹ ਉਹ ਗੁਰੂ ਆਪਣੀਆਂ ਹੋਰ ਨੇ, ਉਹ ਬੇੜੀਆਂ ਵਿੱਚ ਆਪ ਨਹੀਂ, ਵੱਟੇ ਨਹੀਂ। ਪਾ ਰਹੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਕਈ ਜੀ ਵਾਰੀ ਕਹਿੰਦੇ ਕਈ ਹੋਂ ਗੁਰਸਿੱਖ ਤਿਸ ਹੋਣ ਵਾਲਿਆਂ ਨੂੰ ਵੀ ਭੁਲੇਖਾ ਲੱਗ ਜਾਂਦਾ ਹੈ, ਸ਼ਾਇਦ ਇਹ ਹੋਂ ਹੋਰ ਤਿਸ ਨੇ, ਉਹ ਦਾ ਗੁਰੂ ਹੋਰ ਨੇ, ਉਹ ਚੌਖੰਨੀ ਨਹੀਂ। ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੋਂ ਤਿਸ ਦਾ ਚੌਖੰਨੀ ਹੈ, ਹੋਂ ਤਿਸ ਦਾ ਚੌਖੰਨੀ ਹੈ। ਪਰਮੇਸ਼ਰ ਏਕੋ ਜਾਣੈ,
गुर परमेश्वर एको जाने। गुर परमेश्वर एको जाने, गुर परमेश्वर एको जाने। पंक्ति तुसी पढ़ हुण कोई अर्थां विच नहीं समझ आई ते फिर उहनूं समझाया जा सकदा, पर हुण अपने अंदर मैं झात मारा, तुसी अपने अंदर झात मारो। पंक्ति तुसी पढ़ कि असीं गुरु ते परमेश्वर नूं एको नहीं समझ आई ते फिर उहनूं समझाया समझदे होइए, पर हुण अपने अंदर मैं झात मारा, तुसी अपने क्यों टपला लगे, क्यों सानू गुरु ग्रंथ साहिब का दर छड़ के समझदे किसी होर परपंची होई दे दरवाजे ते जाना पवे, क्यों जाना लगे, क्यों टपला लगे, ना जान क्यों सानू गुरु ग्रंथ साहिब का दर लेने किसी होर परपंची आगे कह दे दरवाजे ते जाना पवे, क्यों जाना पवे। 1978 दे अंदर ना जान करके बठिंडे शहर समझ लेने एक घटना याद है, कह गुरु काशी कला केंद्र नाम की संस्था 1978 दे अंदर गुरु काशी कला केंद्र शहर विच एक बहुत बड़े गुरु काशी कला केंद्र नाम की संस्था बनी। मैं पूरा नाम ते गुरु काशी कला साहब करके शर्त उन्होंने उद्यम किया, पुलिस के अफसर सन कि अपने अफसरी काल चेते नहीं, उन्होंने क्या गुरु साहब ने गुरु काशी का दर्जा, उन्होंने एक उद्यम किया ते क्यों ना कि अपने जेडे गुरु के अफसरी काल विच मत नाल संबंधित कला उन्हां दा मुकाबला कराया, काशी का दर्जा दिता है उन्होंने ते गुरु काशी कला केंद्र दे नाम उत्ते एक मत नाल संबंधित कला हवा उन्हां दा पता नहीं 500 दे 5 मैंबर, उन्होंने 500 मैंबर बनाए गुरु काशी कला उस माया दे नाल उन्होंने हर साल मुकाबले कराने शुरू किए, पता नहीं 500 दे 5 मुकाबला सी 500 मैंबर सर्व भारती ग्रंथी पाठी उच्चारण मुकाबला, उन्होंने हर साल मुकाबले कराने शुरू किए। 7 जज उत्थे मुकाबला सी सर्व भारती ग्रंथी पाठी उच्चारण प्यारा सिंह जी पदम और बड़ियां हस्तियां 7 मैं जी गल दसनी चाहना प्रिंसीपल उस परीक्षा विच उस मुकाबले प्यारा सिंह जी पदम मेरे छोटे वीर और बड़ियां हस्ती जाचक ते मैं जी गल दसनी चाहना बराबर आ गए कि उस परीक्षा विच भाव मुकाबले जिवें फर्स्ट कई दो बारी छोटे वीर दोवां नूं आ जाचक ते दास उन्होंने जजा ने फैसला किया भी किवें करिए, भाव उन्होंने मैनूं फिर बुलाई 2 बारी दोनों भाई साहब सवाल करना तुहाडे ते तुसीं पाठी नहीं है, उन्होंने जजा ने फैसला किया किवें करी तुसीं कथावाचक हो, उन्होंने मैनूं फिर बुलाया। अजकल लोग गुरु ग्रंथ साहिब भाई साहब सवाल करना तुहाडे ते तुसीं पाठी नहीं है कि ये बोल के उपदेश नहीं कर ग्रंथी नहीं तुसीं कथावाचक हो, जे तुहानू कोई सवाल करे की जवाब ग्रंथ साहिब जी दी गुरता मैं कह जी गुरु नानक पातशाह ने जी ये बोल के गुरु गोबिंद सिंह जी तक जेड़े गुरसिख ने इतिहास पढ़े सवाल करे की जवाब दो उन्होंने कोई भुलेखा नहीं। मैं कह जी गुरु नानक पता है गुरु ग्रंथ साहिब जी बोलते हैं गोबिंद सिंह जी किवें बोलते हैं जेड़े गुरसिख बुलाने वाला चाहिए पढ़िया जिसने गुरु ग्रंथ साहिब जी ताबिया उन्होंने पता है गुरु साहिब जी बोलते आनंद पान किया किवें बोलते हैं बुलाने वाला गुरु ग्रंथ साहिब जी नाल गल्लां करदा है विचार करदा है गुरु ग्रंथ साहिब जी ने हर सवाल का जवाब पान कीता उन्हें कोई भुलेखा रहिंदा ही नहीं, जेड़ा गुरु ग्रंथ साहिब जी नाल गल्लां करदा है विचार करदा है आदमी अपनी गल नहीं दस साहिब ते ओदे हर सवाल का जवाब बोलदे ने इन्हां नूं कोई बुलाने वाला चाहिदा है। हाँ ये ठीक गुरु ग्रंथ साहिब जी गुंगा आदमी अपनी गल नहीं दस सकता, थापड़ा भी गुरु ग्रंथ साहिब ते बोलदे नाल भी लाया इन्हां नूं कोई बड़ा प्यार चाहिदा है भाई ये साडी सारियां दी लोड़ है जज सहबान परमेश्वर एको जान नाल भी लाया और परमेश्वर एको भाई ये साडी सारियां दी लोड़ है कि गुर परमेश्वर एको जान गुर परमेश्वर जिथे एको जान है उन्होंने कड्डो गुरु विच परमेश्वर विच कोई अंतर ना जाना ते भाई साहब कहने फिर जेड़ा गुरसिख इस तरह दे अखे माड़ी कून कसर मैं उहदे तो 4 टोटे होके गुरु विच ते परमेश्वर विच कोई अंतर ना जाना हाँ भाई साहब चौखंडी है इस तरह दे दूजा भाव ना मैं उहदे तो 4 टोटे होके कुर्बान पहला भाव समझो फिर दूजा भाव समझो हाँ ते सदा चौखंडी प्रेम
ਦੂਜਾ ਭਾਉ ਤੇ ਨਾ ਦੂਜਾ ਅੰਦਰ ਭਾਵ ਆਣੇ। ਜਿਹੜਾ ਪਰਮੇਸ਼ਵਰ ਤੋਂ ਭੁੱਲ ਕੇ ਪਹਿਲਾਂ ਭਾਉ ਹੋਰ ਪਾਸੇ ਧਿਆਨ ਲਿਆਉਣਾ, ਭਾਉ ਸਮਝ ਜਾਂ ਭਾਉ ਗੁਰੂ ਕਹਿੰਦੇ ਤੋਂ ਨੇ ਭੁੱਲ ਪ੍ਰੇਮ ਕੇ ਨੂੰ। ਕਿਸੇ ਹੋਰ ਪਾਸੇ ਧਿਆਨ ਲਿਆਉਣਾ। ਤੇ ਦੂਜਾ ਭਾਉ ਅਸੀਂ ਜਿਹੜਾ ਗੁਰਸਿੱਖੀ ਪਰਮੇਸ਼ਵਰ ਸਰੂਪ ਵਿੱਚ ਤੋਂ ਭੁੱਲ ਕੇ ਕਈ ਕੁਝ ਹੋਰ ਹੋਰ ਪਾਸੇ ਚੁੱਕੀ ਧਿਆਨ ਲਿਆਉਣਾ। ਆ ਥੋੜੇ ਦਿਨ ਹੋਏ ਜਾਂ ਮੈਂ ਗੁਰੂ ਨਾਡਾ ਤੋਂ ਸਾਹਿਬ ਭੁੱਲ ਕੇ ਕਿਸੇ ਹੋਰ ਪਾਸੇ ਇੱਕ ਧਿਆਨ ਦੇਖਣ ਲਿਆਉਣਾ। ਨੂੰ ਗੁਰੂ ਕਾ ਸਿੱਖ ਅਸੀਂ ਬੜਾ ਪਿਆਰ ਗੁਰਸਿੱਖੀ ਕਰੇ। ਸਰੂਪ ਵਿੱਚ ਮੈਂ ਜੀ ਬੜੀ ਦੇਰ ਦਾ ਕਈ ਉਡੀਕਦਾ ਕੁਝ ਸੀ, ਹੋਰ ਮੈਂ ਚੁੱਕੀ ਤੁਹਾਨੂੰ ਮਿਲਣਾ ਸੀ, ਮੈਂ ਤੁਹਾਨੂੰ ਆ ਥੋੜੇ ਦਿਨ ਮੈਂ ਕਿਹਾ ਹੋਏ ਆਓ ਮੈਂ ਮਿਲੋ। ਨਾਡਾ ਸਾਹਿਬ ਕੀ ਇੱਕ ਦੇਖਣ ਨੂੰ ਕਹਿੰਦਾ ਇੱਕ ਗੁਰੂ ਕਾ ਮੰਤਰ ਸਿੱਖ ਹੈ, ਬੜਾ ਪਿਆਰ ਕਰੇ। ਉਹਦੇ ਅਰਥ ਮੈਂ ਜੀ ਬੜੀ ਦੇਰ ਦਾ ਉਡੀਕਦਾ ਪਤਾ ਸੀ, ਨਹੀਂ ਮੈਂ ਕੀ ਤੁਹਾਨੂੰ ਉਹਨੇ ਮਿਲਣਾ ਹੋਰ ਹੀ ਸੀ, ਮੈਂ ਮੰਤਰ ਤੁਹਾਨੂੰ- ਕੋ ਪੜ੍ਹ ਮੈਂ ਕਿਹਾ ਆਓ ਮਿਲੋ। ਮੈਂ ਕਿਹਾ ਗੁਰੂ ਸਿਖਾ ਤੂੰ ਗਿਆ ਭਟਕ, ਕਹਿੰਦਾ ਇੱਕ ਮੰਤਰ ਮੇਰੇ ਹੈ, ਕੋਲ ਤਾਂ ਗੁਰਬਾਣੀ ਦੇ ਅਰਥ ਉਹਦੇ ਪੁੱਛਿਆ ਅਰਥ ਮੈਨੂੰ ਦੱਸਦੇ ਦੱਸ ਦਿਓ। ਆ ਪਤਾ ਮੰਤਰ ਨਹੀਂ ਤੇ ਉਹਨੇ ਮੈਂ ਸੁਣਿਆ ਨਹੀਂ ਹੋਰ ਹੀ ਕਿ ਨਾ ਮੰਤਰ ਸਿੱਖਾਂ ਕੋਈ ਵਿੱਚ ਹੈਗਾ। ਨਹੀਂ ਜੀ, ਮੈਂ ਮੈਨੂੰ ਕਿਹਾ ਸੰਤ ਜੀ ਸਿਖਾ ਨੇ ਤੂੰ ਦਿੱਤਾ ਗਿਆ ਸੀ। ਭਟਕ। ਇਹ ਦੂਜਾ ਭਾਵ ਮੇਰੇ ਹੈ। ਕੋਲ ਤਾਂ ਗੁਰਬਾਣੀ ਦੇ ਅਰਥ ਗੁਰੂ ਕੁਝ ਗ੍ਰੰਥ ਮੈਂ ਦੱਸ ਸਾਹਿਬ ਰਿਹਾ। ਦੀ ਸਿੱਖਿਆ ਨੂੰ ਆਹ ਛੱਡ ਮੰਤਰ ਕੇ ਤੇ ਮੈਂ ਸੁਣਿਆ ਨਹੀਂ ਤੇ ਨਾ ਸਾਹਿਬਾਨ ਦੀ ਸਿੱਖਿਆ ਨੂੰ ਛੱਡ ਕੇ ਨਹੀਂ ਜੀ, ਇੱਕ ਮੈਨੂੰ ਸੰਤ ਜੀ ਹੋਰ ਨੇ ਹੋਰ ਦਿੱਤਾ। ਮੰਤਰ ਯਾਦ ਕਰੀ ਜਾਣੇ, ਇਹ ਦੂਜਾ ਭਾਵ ਹੈ। ਦੂਜਾ ਭਾਵ ਹੈ। ਗੁਰੂ ਗ੍ਰੰਥ ਇਹ ਤਾਂ ਸਾਹਿਬ ਆਪਣੇ ਦੀ ਪ੍ਰੇਮ ਸਿੱਖਿਆ ਨੂੰ ਛੱਡ ਕੇ ਘਟਾਉਣ ਵਾਲੀ ਗੱਲ ਹੈ। ਸਾਹਿਬਾਨ ਦੀ ਸਿੱਖਿਆ ਨੂੰ ਇਹ ਛੱਡ ਤਾਂ ਕੇ ਸੰਨ ਲਾਉਣ ਵਾਲੀ ਹੋਰ ਗੱਲ ਹੈ। ਮੰਤਰ ਯਾਦ ਕਰੀ ਐਸਾ ਜਾਣੇ ਨਾ ਕਰੀਏ। ਇਹ ਦੂਜਾ ਭਾਵ। ਭਾਈ ਸਾਹਿਬ ਕਹਿੰਦੇ ਨੇ ਮੈਂ ਇਹ ਉਸ ਤਾਂ ਗੁਰੂ ਆਪਣੇ ਸਿੱਖ ਪ੍ਰੇਮ ਨੂੰ ਚੌਖਣੀ ਘਟਾਉਣ ਵਾਲੀ ਗੱਲ ਕੁਰਬਾਨੇ ਹੈ। ਵਾਰਨੇ ਜਾਣਾ, ਇਹ ਤਾਂ ਜਿਹਦੇ ਸੰਨ ਲਾਉਣ ਅੰਦਰ ਵਾਲੀ ਗੁਰੂ ਗੱਲ ਹੈ। ਪਰਮੇਸ਼ਵਰ ਤੋਂ ਬਿਨਾਂ ਐਸਾ ਨਾ ਕਰੀਏ। ਹੋਰ ਕਿਸੇ ਭਾਈ ਦੂਜੇ ਸਾਹਿਬ ਪਾਸੇ ਕਹਿੰਦੇ ਦਾ ਮੈਂ ਪ੍ਰੇਮ ਉਸ ਜਾਗਦਾ ਹੀ ਨਹੀਂ। ਚੌਖਨੀਏ ਕੁਰਬਾਨੇ ਕਿਸੇ ਵਾਰਨੇ ਦੂਜੇ ਜਾਣਾ, ਵਿਦਵਾਨ ਨੇ ਠੀਕ ਹੈ ਜਿਹਦੇ ਅੰਦਰ ਗੁਰੂ ਦਰ ਪਰਮੇਸ਼ਵਰ पे ਤੋਂ झुके ਬਿਨਾਂ न सर, ਹੋਰ ਕਿਸੇ ਦੂਜੇ उसे ਪਾਸੇ कभी ਦਾ डर नहीं ਪ੍ਰੇਮ ਜਾਗਦਾ ਹੀ ਨਹੀਂ। जो हर दर पे झुक जाए ਕਿਸੇ उसे ਉਰਦੂ कभी ਦੇ सर ਵਿਦਵਾਨ नहीं ਨੇ कहते। ਠੀਕ ਹੈ, ਜਿਹੜਾ ਜਗ੍ਹਾ 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 ਤੇ ਤੇ ਝੁਕੇ ਨਾ ਸਰ, ਸਾਡੇ ਵਿੱਚੋਂ ਬਹੁਤ ਸਾਰੇ ਉਸੇ ਹੋ ਕभी ਗਏ ਨੇ डर ਜਿਹੜੇ नहीं ਕਹਿ ਦਿੰਦੇ ਨੇ कहते। ਉਹ ਜੀ ਮੈਂ जो ਉੱਥੇ हर ਵੀ दर ਜਾਣਾ, पे ਉੱਥੇ झुक ਵੀ जाए ਜਾਣਾ, ਉੱਥੇ ਵੀ उसे ਮੱਥਾ कभी ਟੇਕਣਾ, सर नहीं कहते। ਇਹ ਕੀ ਜੋ ਜਿਹੜਾ ਇਹ ਜਗ੍ਹਾ ਦੂਜਾ ਜਗ੍ਹਾ ਭਾਵ ਤੇ ਹੈ। ਸਾਡੇ ਵਿੱਚੋਂ ਜਿਸ ਬਹੁਤ ਦੀ ਸਾਰੇ ਇੱਕ ਹੁੰਦੇ ਨੇ ਜਿਹੜੇ ਨਾਲ ਕਹਿ ਦਿੰਦੇ ਨੇ ਜਿਹੜੀ ਉਹ ਜੀ ਮੈਂ ਸੁਹਾਗਣ ਉੱਥੇ ਵੀ ਹੈ, ਜਾਣਾ, ਉੱਥੇ ਵੀ ਜਾਣਾ, ਉਹ ਉੱਥੇ ਕਦੇ ਵੀ ਮੱਥਾ ਆਪਣੇ ਟੇਕਣਾ, ਪਤੀ ਦੇ ਤੁਲ ਕਿਸੇ ਇਹ ਕੀ ਜੋ? ਦੂਜੇ ਨੂੰ ਨਹੀਂ ਇਹ ਸਮਝਦੀ। ਦੂਜਾ ਭਾਵ ਹੈ। ਗੁਰੂ ਗ੍ਰੰਥ ਜਿਸ ਸਾਹਿਬ ਜੀ ਦੀ ਨੂੰ ਇੱਕ ਪੁੱਛ ਨਾਲ ਕੇ ਪ੍ਰੀਤ ਵੇਖੋ, ਹੈ ਨਾ, ਜਿਹੜੀ ਢੂੰਡੇਂਦੀ ਸੁਹਾਗਣ ਹੈ ਹੈ, ਸੁਹਾਗ ਕੂ, ਕਦੇ ਆਪਣੇ ਪਤੀ ਦੇ ਤੁਲ ਕਿਸੇ ਦੂਜੇ ਨੂੰ ਢੂੰਡੇਂਦੀ ਨਹੀਂ ਹੈ ਸਮਝਦੀ। ਸੁਹਾਗ ਕੂ, ਗੁਰੂ ਗ੍ਰੰਥ ਤਉ ਸਾਹਿਬ ਜੀ ਤਨ ਨੂੰ ਪੁੱਛ ਕੇ ਕਾਈ ਵੇਖੋ, ਕੋਰ, ਢੂੰਡੇਂਦੀ ਹੈ ਜਿਨ੍ਹਾਂ ਨਾਮ ਸੁਹਾਗ ਸੁਹਾਗਣੀ, ਤਿੰਨਾ ਝਾਕ ਢੂੰਡੇਂਦੀ ਨਾ ਹੈ ਹੋ। ਸੁਹਾਗ ਕੂ, ਜਿਹੜੀਆਂ ਸੁਹਾਗਣਾ ਨੇ ਤਉ ਤਨ ਕਾਈ ਉਹਨਾਂ ਨੂੰ ਹੋਰ ਕੋਰ, ਕਿਸੇ ਪਾਸੇ ਦੀ ਝਾਕ ਨਹੀਂ। ਜਿਨ੍ਹਾਂ ਨਾਮ ਭਾਈ ਸੁਹਾਗਣੀ, ਸਾਹਿਬ ਭਾਈ ਗੁਰਦਾਸ ਜੀ ਤਿੰਨਾਂ ਕਹਿਣ ਮੈਂ ਝਾਕ ਸਿੱਖ ਨਾ ਤੋਂ ਹੋ। ਕੁਰਬਾਨ ਜਾਣਾ, ਜਿਹੜੀਆਂ ਸੁਹਾਗਣਾਂ ਜਿਹਦੇ ਨੇ ਅੰਦਰ ਗੁਰੂ ਉਹਨਾਂ ਪਰਮੇਸ਼ਰ ਨੂੰ ਤੋਂ ਹੋਰ ਬਿਨਾਂ ਕਿਸੇ ਕਿਸੇ ਪਾਸੇ ਦੀ ਹੋਰ ਝਾਕ ਪਾਸੇ ਨਹੀਂ। ਦਾ ਪ੍ਰੇਮ ਨਹੀਂ। तो भाई साहब भाई ਹਉ गुरदास ਤਿਸਦਾ कहन मैं उस ਚੌਖਨੀ ਹੈ, ਹਉ ਜਿਹਦੇ ਅੰਦਰ ਤਿਸਦਾ ਪਰਮੇਸ਼ਰ ਤੋਂ ਬਿਨਾਂ ਚੌਖਨੀ ਕਿਸੇ ਹੋਰ ਹੈ। ਪਾਸੇ ਦਾ ਪ੍ਰੇਮ ਨਹੀਂ। ਹਉ ਤਿਸਦਾ ਚੌਖਨੀ ਹੈ, ਹਉ ਤਿਸਦਾ ਦੂਜਾ ਭਾਉ ਚੌਖਨੀ ਨ ਹੈ। ਅੰਦਰ ਆਣ, ਦੂਜਾ ਭਾਉ ਨ ਅੰਦਰ ਆਣ। ਦੂਜਾ ਭਾਉ ਨ ਅੰਦਰ ਆਣ, ਦੂਜਾ ਭਾਉ ਨ ਕਿਉਂਕਿ ਮੈਂ ਅੰਦਰ ਸੰਸਾਰ ਵਿੱਚ ਆਣ। ਸੰਗਤਾਂ ਵਿੱਚ ਵਿਚਰਦਾ ਹਾਂ। ਜਦੋਂ ਮੈਨੂੰ ਕੋਈ ਅੰਮ੍ਰਿਤਧਾਰੀ ਗਾਤਰੇ ਕਿਰਪਾਨ ਵੀ ਪਾਈ ਹੋਵੇ, ਪੰਜ ਕਕਾਰੀ ਰਹਿਤ ਦਾ ਕਿਉਂਕਿ ਮੈਂ ਧਾਰਨੀ ਵੀ ਹੋਵੇ, ਸੰਸਾਰ ਵਿੱਚ ਸੰਗਤਾਂ ਤੇ ਵਿੱਚ ਹੌਲੀ ਜੇ ਵਿਚਰਦਾ ਕਹਿ ਦੇ ਜੀ ਮੈਂ ਫਲਾਣੇ ਬਾਬਾ ਜੀ ਜਦੋਂ ਕੋਲ ਮੈਨੂੰ ਨਾਮ ਲਿਆ ਕੋਈ ਹੋਇਆ, ਅੰਮ੍ਰਿਤਧਾਰੀ ਉੱਥੇ ਗਾਤਰੇ ਕਿਰਪਾਨ ਵੀ ਦਰਜਾ ਪਾਈ ਹੋਵੇ, ਪੰਜ ਕਕਾਰੀ ਰਹਿਤ ਇਹਦਾ ਦਾ ਕੋਈ ਧਾਰਨੀ ਗੁਰੂ ਵੀ ਨਾਲ ਹੋਵੇ, ਪ੍ਰੇਮ ਨਹੀਂ ਹੈ। ਤੇ ਹੌਲੀ ਜੇ ਕਹਿ ਦੇ ਜੀ ਇਹਨੂੰ ਮੈਂ ਗੁਰੂ ਫਲਾਣੇ ਕੀ ਬਾਬਾ ਉਸ ਜੀ ਕੋਲ ਨਾਮ ਪਵਿੱਤਰ ਲਿਆ ਮਰਿਆਦਾ ਹੋਇਆ, ਤੇ ਕੋਈ ਵਿਸ਼ਵਾਸ ਹੀ ਨਹੀਂ ਹੈ। ਰਿਜੈਕਟ ਕਰ ਦੂੰ। ਅਗਰ ਨਹੀਂ ਰਿਜੈਕਟ ਤੇ ਗੁਰੂ ਕੇ ਸਿੱਖ ਨੂੰ ਇਹਦਾ ਕੋਈ ਗੁਰੂ ਨਾਲ ਸਵਾਏ ਪ੍ਰੇਮ ਨਹੀਂ। ਗੁਰੂ ਗ੍ਰੰਥ ਸਾਹਿਬ ਇਹਨੂੰ ਤੋਂ ਗੁਰੂ ਕੀ ਉਸ ਸਵਾਏ ਪਵਿੱਤਰ ਪੰਜ ਪਿਆਰਿਆਂ ਮਰਿਆਦਾ ਤੋਂ ਤੇ ਹੋਰ ਵਿਸ਼ਵਾਸ ਹੀ ਨਾਮ ਨਹੀਂ ਲੈਣ ਦਾ ਕਿੱਥੇ ਅਧਿਕਾਰ ਕਿਸ ਨੇ ਨਹੀਂ ਤੇ ਦਿੱਤਾ ਹੈ? ਗੁਰੂ ਕੇ ਸਿੱਖ ਨੂੰ ਇਹ ਦੂਜਾ ਭਾਵ ਹੈ। ਸਵਾਏ ਇਹ ਗੁਰੂ ਸਾਨੂੰ ਗ੍ਰੰਥ ਸਾਹਿਬ ਕਿਸੇ ਤੋਂ ਕਿਨਾਰੇ ਨਹੀਂ ਲੱਗਣ ਦੇ ਸਵਾਏ ਪੰਜ ਪਿਆਰਿਆਂ ਤੋਂ ਪੰਜਾਬੀ ਹੋਰ ਦਾ ਕਿਸੇ ਤੋਂ ਮੁਹਾਵਰਾ ਨਾਮ ਹੈ, ਲੈਣ ਦਾ ਕਿੱਥੇ ਅਧਿਕਾਰ ਦੋ ਕਿਸ ਨੇ ਘਰਾਂ ਦਾ ਦਿੱਤਾ ਹੈ? ਪ੍ਰਾਹੁਣਾ ਇਹ ਦੂਜਾ ਕਦੇ ਰੱਜ ਭਾਵ ਹੈ। ਰੋਟੀ ਨਹੀਂ ਖਾਂਦਾ, ਇਹ ਦੋ ਸਾਨੂੰ ਬੇੜੀਆਂ ਕਿਸੇ ਦਾ ਕਿਨਾਰੇ ਸਵਾਲ ਨਹੀਂ ਕਦੇ ਲੱਗਣ ਪਾਰ ਦੇਣਾ। ਨਹੀਂ ਹੁੰਦਾ। ਪੰਜਾਬੀ ਦਾ ਸਾਡੇ ਮੁਹਾਵਰਾ ਗੁਰੂ ਨੇ ਹੈ ਕਿਹਾ, ਇੱਕ ਨਾਲ ਦੋ ਜੁੜੋ। ਘਰਾਂ ਦਾ ਪ੍ਰਾਹੁਣਾ ਏਕੋ ਹੈ ਭਾਈ, ਕਦੇ ਰੱਜ ਰੋਟੀ ਨਹੀਂ ਏਕੋ ਖਾਂਦਾ। ਹੈ, ਦੋ ਏਕੋ ਬੇੜੀਆਂ ਦਾ ਹੈ ਸਵਾਲ ਭਾਈ, ਕਦੇ ਪਾਰ ਨਹੀਂ ਏਕੋ ਹੁੰਦਾ। ਹੈ। ਸਾਡੇ ਗੁਰੂ ਨੇ ਤੇ ਕਿਹਾ ਇੱਕ ਨਾਲ ਜੁੜੋ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਸਾਹਿਬ ਭਾਈ ਮੇਰਾ ਏਕੋ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਮੇਰਾ ਏਕੋ ਪੁਕਾਰ ਹੈ। ਪੁਕਾਰ ਕੇ ਸਾਨੂੰ ਸਮਝਾ ਰਹੇ ਨੇ, ਤੁਧ ਬਿਨ ਦੂਜਾ ਨਹੀਂ ਕੋਏ, ਤੁਧ ਬਿਨ ਦੂਜਾ ਨਹੀਂ ਕੋਏ। ਪੁਕਾਰ ਪੁਕਾਰ ਕੇ ਸਾਨੂੰ ਸਮਝਾ ਰਹੇ ਨੇ, ਤੁਧ ਬਿਨ ਦੂਜਾ ਨਹੀਂ ਕੋਏ, ਤੁਧ ਬਿਨ ਤੂੰ ਦੂਜਾ ਕਰਤਾਰ ਨਹੀਂ ਕਰੈ ਸੋ ਕੋਏ। ਹੋਏ,
तू करतार कर तो होए। तू करतार कर सो होए, तू करतार कर तो तेरी मन टेक, तेरा जोर तेरी मन टेक। तेरा जोर तेरी मन टेक, तेरा सदा सदा जप मन नानक एक, सदा सदा जप नानक एक। सदा सदा जप नानक एक, सदा भाई सदा कलगीਆਂ जप ਵਾਲੇ ਪਾਤਸ਼ਾਹ नानक ਨੇ एक। ਇੱਕ ਫਾਈਨਲ ਟੱਚ ਦਿੱਤਾ ਤੇ ਉਹਨਾਂ ਨੇ ਫਿਰ ਕੀ ਕਿਹਾ, ਜਾਗਤ ਜੋਤ ਜਪੈ ਨਿਸਬਾਸੁਰ, ਭਾਈ ਏਕ ਬਿਨਾ ਕਲਗੀਆਂ ਮਨ ਵਾਲੇ ਨਹਿਕ ਪਾਤਸ਼ਾਹ ਨੇ ਨਯਾਨੇ, ਇਸ ਨੂੰ ਫਾਈਨਲ ਪੂਰਨ ਟੱਚ ਪ੍ਰੇਮ ਪ੍ਰਤੀਤ ਤੇ ਉਹਨਾਂ ਨੇ ਸਜੈ, ਫਿਰ ਕੀ ਕਿਹਾ, ਬ੍ਰਤ ਜਾਗਤ ਗੌਰ ਮੜੀ ਜੋਤ ਮਤ ਜਪੈ ਭੂਲ ਨ ਮਤ। ਨਿਸਬਾਸੁਰ। ਅੱਜ ਮੈਂ ਏਕ ਵੇਖਦਾ ਬਿਨਾ ਮਨ ਕਿਸੇ ਨਹਿਕ ਨੇ ਖੰਭਣੀਆਂ ਨਯਾਨੇ, ਬੱਧੀਆਂ ਨੇ, ਪੂਰਨ ਕੋਈ ਪ੍ਰੇਮ ਗੁਰੂ ਪ੍ਰਤੀਤ ਕੇ ਹੁਕਮ ਸਜੈ, ਨੂੰ ਛੱਡ ਕੇ ਕੋਈ ਬ੍ਰਤ ਹੋਰ ਗੌਰ ਮੜੀ ਧਾਤਾਂ ਦੇ ਮਤ ਕੜੇ ਭੂਲ ਨ ਪਾਈ ਮਤ। ਫਿਰਦਾ, ਕੋਈ ਸੋਨੇ ਦੇ ਪਾਈ ਫਿਰਦਾ। ਮੈਂ ਤੇ ਕਹਿ ਦੇਣਾ ਭਾਈ ਗੁਰਮੁਖਾ ਕੋਈ ਗੁਰੂ ਦੀ ਨਿਸ਼ਾਨੀ ਗੁਰੂ ਕਿੱਥੇ ਕੇ ਹੁਕਮ ਨੂੰ ਛੱਡ ਕੇ ਕੋਈ ਚੁੱਪ। ਹੋਰ ਤਰ੍ਹਾਂ ਦੀਆਂ ਧਾਤਾਂ ਦੇ ਕੜੇ ਇਹ ਪਾਈ ਜੀ ਮੈਨੂੰ ਕੁੜਮਾ ਨੇ ਦਿੱਤਾ, ਕੋਈ ਇਹ ਜੀ ਸੋਨੇ ਮੈਨੂੰ ਦੇ ਸਹੁਰਿਆਂ ਨੇ ਪਾਈ ਦਿੱਤਾ, ਮੈਂ ਤੇ ਕਹਿ ਤੇ ਦੇਣਾ ਜਿਹੜਾ ਭਾਈ ਗੁਰੂ ਨੇ ਦਿੱਤਾ ਉਹ ਗੁਰਮੁਖਾ ਕਿੱਥੇ ਗਿਆ? ਗੁਰੂ ਦੀ ਨਿਸ਼ਾਨੀ ਕਿੱਥੇ ਭਾਈ ਹੈ? ਸਾਰਿਆਂ ਨੂੰ ਕੁੜਮ ਨਹੀਂ ਦਿੰਦੇ ਸੋਨੇ ਦੇ ਕੜੇ, ਸਾਰਿਆਂ ਨੂੰ ਇਹ ਜੀ ਸੋਨੇ ਮੈਨੂੰ ਨਹੀਂ ਕੁੜਮਾਂ ਨੇ ਦਿੱਤਾ, ਦਿੰਦੇ, ਜੀ ਮੈਨੂੰ ਸਹੁਰਿਆਂ ਨੇ ਗੁਰੂ ਨੇ ਤੇ ਸਭ ਨੂੰ ਤੇ ਇੱਕ ਜਿਹੜਾ ਜਿਹਾ ਗੁਰੂ ਨੇ ਦਿੱਤਾ ਦਿੱਤਾ ਹੈ। ਉਹ ਕਿੱਥੇ ਗਿਆ? ਫਿਰ ਅਸੀਂ ਦੂਜੇ ਭਾਵ ਵੱਲ ਬਈ ਜਾਂਦੇ ਸਾਰਿਆਂ ਨੂੰ ਹਾਂ। ਕੁੜਮ ਇਹਦੀ ਨਹੀਂ ਵਿਆਖਿਆ ਦਿੰਦੇ, ਕਿੰਨੀ ਸੋਨੇ ਲੰਬੀ ਦੇ ਕੀਤੀ ਕੜੇ ਹੈ, ਥੋੜੀ ਸਾਰਿਆਂ ਨੂੰ ਸਹੁਰੇ ਨਹੀਂ ਸਮੇਂ ਵਿੱਚ ਦਿੰਦੇ, ਰਹਿ। ਪਰ ਭਾਈ ਨੇ ਤਾਂ ਸਾਹਿਬ ਸਭ ਨੂੰ ਕਹਿੰਦੇ ਮੈਂ ਇੱਕ ਉਸ ਦਿੱਤਾ ਤੋਂ ਹੈ। ਕੁਰਬਾਨ ਜਾਨਾ, ਫਿਰ ਅਸੀਂ ਦੂਜੇ ਜਿਹੜਾ ਭਾਵ ਵੱਲ ਗੁਰੂ ਜਾਂਦੇ ਤੇ ਹਾਂ। ਪਰਮੇਸ਼ਰ ਇਹਦੀ ਨੂੰ ਵਿਆਖਿਆ ਇੱਕ ਕਿੰਨੀ ਜਾਣਦਾ ਲੰਬੀ ਕੀਤੀ ਜਾਏ, ਜਿਹੜਾ ਥੋੜ੍ਹੀ ਗੁਰੂ ਹੈ। ਪਰਮੇਸ਼ਰ ਨੂੰ ਸਮੇਂ ਵਿੱਚ ਰਹਿਣਾ ਛੱਡ ਕੇ ਕਿਸੇ ਭਾਈ ਦੂਜੇ ਸਾਹਿਬ ਪਾਸੇ ਕਹਿੰਦੇ ਮੈਂ ਉਸ ਨਹੀਂ ਗੁਰੂ ਤੋਂ ਕੁਰਬਾਨ ਜਾਨਾ, ਉਹੀ ਹੈ ਜਿਹੜਾ ਪੂਰਨ ਗੁਰੂ ਜੋਤ ਤੇ ਜਗੈ ਪਰਮੇਸ਼ਰ ਘਟ ਮੈਂ ਇੱਕ ਜਾਣਦਾ ਹੈ, ਖਾਲਸ ਜਿਹੜਾ ਤਾਹਿਨ ਗੁਰੂ ਖਾਲਸ ਪਰਮੇਸ਼ਰ ਨੂੰ ਉਹ ਹੈ ਪੂਰਨ ਛੱਡ ਕੇ ਸਰੂਪ ਕਿਸੇ ਖਾਲਸਾ। ਦੂਜੇ ਪਾਸੇ ਪੜੋ ਨਹੀਂ ਕਦੇ ਰਹਿਤ ਨਾਮੇ, ਉਹੀ ਹੈ ਖਾਲਸਾ ਪੂਰਨ ਖਾਸ ਜੋਤ ਜਗੈ ਕਹਾਵੈ ਘਟ ਮੈਂ, ਸੋਈ, ਸਭ ਜਾ ਖਾਲਸ ਕੇ ਤਾਹਿਨ ਹਿਰਦੇ ਖਾਲਸ। ਭਰਮ ਨਾ ਹੋਏ, ਉਹ ਹੈ ਪੂਰਨ ਭਰਮ ਸਰੂਪ ਭੇਖਤੇ ਖਾਲਸਾ। ਰਹੇ ਨਿਆਰਾ, ਪੜੋ ਸੋ ਕਦੇ ਰਹਿਤ ਖਾਲਸ ਨਾਮੇ, ਸਤਿਗੁਰੂ ਹਮਾਰਾ। ਖਾਲਸਾ ਖਾਸ ਅਸੀਂ ਕਹਾਵੈ ਤਾਂ ਕਿੰਨੇ ਸੋਈ, ਭਰਮਾਂ ਵਿੱਚ ਫਸੇ ਜਾ ਨੇ। ਕੇ ਹਿਰਦੇ ਕੋਈ ਬਿੱਲੀਆਂ ਨੂੰ ਭਰਮ ਵੇਖ ਨਾ ਕੇ ਹੋਏ। ਡਰ ਰਿਹਾ ਹੈ, ਭਰਮ ਹੈ ਕੋਈ ਆਂਦਾ ਜੀ ਰਹੇ ਪਿੱਛੋਂ ਨਿਆਰਾ, ਆਵਾਜ਼ ਨਾ ਪੈ ਜਾਏ, ਸੋ ਖਾਲਸ ਹੈ ਕੋਈ ਸਤਿਗੁਰੂ ਪਤਾ ਹਮਾਰਾ। ਨਹੀਂ ਕਿਹੜੇ ਕਿਹੜੇ ਭਰਮ ਅਸੀਂ ਨਹੀਂ ਪਾਪ ਭਰਮਾਂ ਵਿੱਚ ਫਸੇ, ਜਦੋਂ ਕਿ ਗੁਰੂ ਕੋਈ ਪਰਮੇਸ਼ਰ ਬਿੱਲੀਆਂ ਨੂੰ ਨੇ ਵੇਖ ਕੇ ਕਿਹਾ ਡਰ ਰਿਹਾ ਹੈ, ਜਿਹੜਾ ਕੋਈ ਆਂਦਾ ਗੁਰੂ ਜੀ ਨਾਲ ਪਿੱਛੋਂ ਆਵਾਜ਼ ਨਾ ਪੈ ਜਾਏ, ਜੁੜ ਜਾਂਦਾ ਹੈ ਕੋਈ ਉਹ ਪਤਾ ਨਹੀਂ ਕਿਹੜੇ ਕਿਹੜੇ ਭਰਮ ਅਸੀਂ ਜਿਹੜਾ ਪਾਪ ਜਾਗ ਪੈਂਦਾ ਹੈ, ਜਦੋਂ ਕਿ ਉਹਦੇ ਗੁਰੂ ਉੱਤੇ ਫਿਰ ਪਰਮੇਸ਼ਰ ਇਹਨਾਂ ਨੇ ਸ਼ਗਨਾਂ ਸ਼ਗਨਾਂ ਦਾ ਕੋਈ ਅਸਰ ਨਹੀਂ ਹੁੰਦਾ। ਨਾਲ ਪਰਮੇਸ਼ਰ ਪੜ੍ਹੋ ਨਾਲ ਬਾਣੀ। ਜੁੜ ਜਾਂਦਾ ਹੈ, ਰਾਮ ਨਾਮ ਜਾਗ ਜੋ ਪੈਂਦਾ। ਜਨ ਜਪੈ, ਤੇ ਜਿਹੜਾ ਜਾਗ ਪੈਂਦਾ ਹੈ, ਸੋ ਅਨ ਉਹਦੇ ਦਿਨ ਉੱਤੇ ਫਿਰ ਜਾਗੈ, ਇਹਨਾਂ ਸ਼ਗਨਾਂ ਅਪਸ਼ਗਨਾਂ ਦਾ ਤਨ ਕੋਈ ਮਨ ਅਸਰ ਨਹੀਂ ਤਨਾ ਜੋ ਹੁੰਦਾ। ਹੈ, ਪੜੋ ਬਾਣੀ। ਜਿਤ ਚਾਖ ਨ ਲਾਗੇ, ਰਾਮ ਨਾਮ ਜੋ ਜਨ ਨਾ ਉਹਦੇ ਤੇ ਜਪੈ, ਕੋਈ ਤੰਤਰ ਅਸਰ ਕਰੇ, ਸੋ ਨਾ ਕੋਈ ਅਨ ਦਿਨ ਮੰਤਰ ਅਸਰ ਜਾਗੈ, ਕਰੇ, ਨਾ ਕੋਈ ਜੰਤਰ ਅਸਰ ਤਨ ਕਰੇ, ਤਨਾ ਨਾ ਜੋ ਉਹਨੂੰ ਹੈ, ਭੈੜੀ ਨਜ਼ਰ ਲੱਗੇ। ਚਿਤ ਚਾਖ ਨ ਲਾਗੇ, ਪਰ ਉਹਦੇ ਲਈ ਨਾ ਸ਼ਰਤ ਉਹਦੇ ਕੀ ਤੇ ਹੈ? ਕੋਈ ਤੰਤਰ ਅਸਰ ਮਨ ਕਰੇ, ਤਨ ਨਾ ਪ੍ਰਭ ਕੋਈ ਮੰਤਰ ਅਸਰ ਕਰੇ, ਆਰਾਧੀਐ, ਨਾ ਕੋਈ ਜੰਤਰ ਅਸਰ ਮਨ ਕਰੇ, ਤਨ ਨਾ ਪ੍ਰਭ ਉਹਨੂੰ ਭੈੜੀ ਨਜ਼ਰ ਲੱਗੇ। ਆਰਾਧੀਐ। ਪਰ ਉਹਦੇ ਲਈ ਸ਼ਰਤ ਕੀ ਹੈ? ਮਨ ਤਨ ਪ੍ਰਭ ਆਰਾਧੀਐ, ਮਨ ਤਨ ਪ੍ਰਭ ਮਿਲ ਸਾਧ ਆਰਾਧੀਐ। ਸਮਾਗੈ, ਮਿਲ ਸਾਧ ਸਮਾਗੈ, ਮਿਲ ਸਾਧ ਮਿਲ ਸਮਾਗੈ, ਮਿਲ ਸਾਧ ਸਮਾਗੈ। ਸਾਧ ਸਮਾਗਮ ਹੈ, ਇਹ ਗੁਰੂ ਦੇ ਪਿਆਰਿਆਂ ਦਾ ਸਮਾਗਮ ਹੈ। ਮਿਲ ਸਾਧ ਉਚਰਤ ਗੁਣ ਗੋਪਾਲ ਜਸ, ਨਾ ਉਚਰਤ ਸਮਾਗਮ ਹੈ। ਗੋਪਾਲ ਇਹ ਗੁਰੂ ਦੇ ਜਸ, ਪਿਆਰਿਆਂ ਦਾ ਸਮਾਗਮ ਹੈ। ਮਿਲ ਕੇ ਉਚਰਤ ਗੁਣ ਗੋਪਾਲ ਜਸ, ਉਚਰਤ ਗੁਣ ਦੂਰ ਤੇ ਗੋਪਾਲ ਜਮ ਜਸ। ਭਾਗੈ, ਦੂਰ ਤੇ ਜਮ ਭਾਗੈ, ਦੂਰ ਤੇ ਜਮ ਭਾਗੈ, ਦੂਰ ਤੇ ਜਮ ਸਾਡੇ ਸੁਖਮਨੀ ਜਿਸ ਭਾਗੈ। ਪਸ਼ਟ ਸ਼ਗਨ ਅਪ ਸ਼ਗਨ ਤਿਸ ਕੋ ਲਗੈ, ਜਿਸ ਚੀਤ ਨਾਲ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਾਡੇ ਸਭੇ ਰੋਗ ਨੇ ਤੇ ਸਪਸ਼ਟ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕੋ ਲਗੈ, ਇਸ ਵਾਸਤੇ ਭਾਈ ਸਾਹਿਬ ਦੇ ਪਰਮੇਸ਼ਰ ਬਚਨਾਂ ਤੇ ਨੂੰ ਭੁੱਲਿਆ ਸਮਝੀਏ। ਵਿਆਪਨ ਭਾਈ ਸਾਹਿਬ ਸਭੇ ਦੇ ਰੋਗ ਮੈਂ ਉਸ ਗੁਰਸਿੱਖ ਤੋਂ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਵਾਰਨੇ ਜਾਂਦਾ ਹਾਂ। ਇਸ ਵਾਸਤੇ ਜਿਹਦੇ ਅੰਦਰ ਭਾਈ ਸਾਹਿਬ ਦੇ ਬਚਨਾਂ ਨੂੰ ਪਰਮੇਸ਼ਰ ਤੋਂ ਸਮਝੀਏ। ਬਿਨਾਂ ਹੋਰ ਦੂਜਾ ਭਾਈ ਭਾਵ ਸਾਹਿਬ ਨਹੀਂ, ਮੈਂ ਉਸ ਗੁਰਸਿੱਖ ਤੋਂ ਜਿਹੜਾ ਚੌਖ ਹੋਰ ਨਹੀਂ ਕਿਸੇ ਪਾਸੇ ਦੀ ਚਾਰ ਝਾਕ ਨਹੀਂ ਕੋਟੇ ਹੋ ਕਰਦਾ। ਕੇ ਵਾਰਨੇ ਜਾਂਦਾ ਤੇ ਹਾਂ। ਤੀਜੀ ਪੰਕਤੀ ਜਿਹਦੇ ਅੰਦਰ ਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਭਾਵ ਨਹੀਂ, ਔਗਣ ਕੀਤੇ ਜਿਹੜਾ ਗੁਣ ਹੋਰ ਪ੍ਰਵਾਹ ਕਿਸੇ ਹੈ। ਦੀ ਝਾਕ ਨਹੀਂ ਡੂੰਘੀ ਗੱਲ ਕਰਦਾ। ਹੈ।
ਫਿਰ ਮੈਂ ਸਾਰੀ ਰਾਤ ਸੋਚਦਾ ਨੇ ਹਾਂ ਤਿਸਰੇ ਚੌਖੰਨੀ ਹੈ ਭਈ ਔਗਣ ਕੋਈ ਕਰੇ ਕੀਤੇ ਗੁਣ ਪਰਵਾਹ ਉਹਨਾਂ ਨੂੰ ਗੁਣ ਕਿਵੇਂ ਸਮਝੀ ਡੂੰਗੀ ਗੱਲ ਹੈ ਗਲਤੀ ਨੂੰ ਤੇ ਮੈਂ ਗਲਤੀ ਸਾਰੀ ਰਾਤ ਸੋਚਦਾ ਰਿਹਾ ਪਰ ਨਹੀਂ ਬਾਬੇ ਨਾਨਕ ਨੇ ਜੁਗਤੀ ਸਮਝਾਈ ਭਈ ਔਗਣ ਕੋਈ ਕਰੇ ਬੜੇ ਤਰੀਕੇ ਨਾਲ ਤੇ ਉਹਨਾਂ ਨੂੰ ਗੁਣ ਕਿਵੇਂ ਸਮਝ ਮੈਂ ਹਮੇਸ਼ਾ ਕਹਿਣਾ ਕਿ ਜਿਹੜਾ ਸਵਾਲ ਗਲਤੀ ਕਿਹਾ ਜਾਂਦਾ ਔਖਾ ਲੱਗਦਾ ਹੈ ਨਹੀਂ ਬਾਬੇ ਨਾਨਕ ਨੇ ਜੁਗਤੀ ਸਮਝਾਈ ਉਹ ਕਹਿੰਦਾ ਬੜਾ ਔਖਾ ਹੈ ਬੜੇ ਤਰੀਕੇ ਨਾਲ ਉਸਤਾਦ ਤਰੀਕਾ ਦੱਸਦੇ ਮੈਂ ਹਮੇਸ਼ਾ ਕਹਿਣਾ ਕਿ ਜਿਹੜਾ ਸੌਖਾ ਸਵਾਲ ਉਹ ਹੀ ਔਖਾ ਸਵਾਲ ਫਿਰ ਸੌਖਾ ਲੱਗ ਜਾਂਦਾ ਹੈ ਉਹ ਕਹਿੰਦਾ ਬੜਾ ਪੂਰੇ ਗੁਰੂ ਕੋਲੋਂ ਪੁੱਛ ਪਰ ਜਦੋਂ ਪਾਤਸ਼ਾਹ ਨੇ ਦਾ ਤਰੀਕਾ ਦੱਸਦੇ ਵੇ ਫਿਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਲੱਗ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਾਤਸ਼ਾਹ ਨੇ ਦਾ ਤਰੀਕਾ ਦੱਸ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਤਾਂ ਹੋਗੀ ਨਾ ਗੁਰੂ ਪਾਤਸ਼ਾਹ ਦੀ ਗੱਲ ਤੇ ਅਸੀਂ ਕੀ ਕਹਿੰਦੇ ਅਸੀਂ ਕਹਿੰਦੇ ਹਮ ਚੰਗੇ ਬਾਕੀ ਸਭ ਇੱਥੇ ਗੱਲ ਗੜਬੜ ਹੋ ਗਈ ਕਿ ਨਹੀਂ ਇਹ ਤਾਂ ਹੋ ਗਈ ਨਾ ਗੁਰੂ ਨੇ ਤਰੀਕਾ ਦੱਸਦਾ ਜੇ ਤੁਸੀਂ ਔਗੁਣਾ ਨੂੰ ਗੁੰਮ ਕਰਕੇ ਪਛਾਣਨਾ ਫਿਰ ਉਹਦਾ ਜਾਤ ਹਮ ਚੰਗੇ ਬਾਕੀ ਸਭ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗੁਰੂ ਨੇ ਤਰੀਕਾ ਦੱਸਦਾ ਚੰਗੇ ਬੁਰਾ ਨਹੀਂ ਕਰਕੇ ਪਛਾਣਨਾ ਫਿਰ ਉਹਦਾ ਜਾਤ ਤਰੀਕਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਪ੍ਰਣਵਤ ਨਾਨਕ ਤਾਰੇ ਸੋਏ ਪ੍ਰਣਵਤ ਨਾਨਕ ਤਾਰੇ ਸੋਏ ਪ੍ਰਣਵਤ ਨਾਨਕ ਤਾਰੇ ਸੋਏ ਪ੍ਰਣਵਤ ਨਾਨਕ ਤਾਰੇ ਸੋਏ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਕਬੀਰ ਜੀ ਕਹਿੰਦੇ ਹਮਾਰਾ ਸੋਏ ਸਭ ਤੇ ਹਮ ਬੁਰੇ ਮਿੱਤਰ ਹੈ ਹਮ ਸਾਡਾ ਹਮਰਾਹੀ ਹੈ ਭਲੋ ਸਭ ਸਾਡਾ ਗੁਰ ਭਾਈ ਹੈ ਜਿਨ ਐਸਾ ਕਰ ਸਮਝ ਲਈ ਤੋ ਭਾਈ ਹਮਾਰਾ ਸੋਏ ਹਨੋ ਗੁਰ ਸਿੱਖ ਉਹ ਸਾਡਾ ਮਿੱਤਰ ਹੈ ਜਿਹੜੇ ਸਾਡਾ ਹਮਰਾਹੀ ਔਗੁਣ ਕੀਤਿਆਂ ਨੂੰ ਸਾਡਾ ਗੁਰ ਭਾਈ ਹੈ ਜਿਨੇ ਗੱਲ ਸਮਝ ਲਈ ਕਿਸੇ ਪ੍ਰੇਮੀ ਨੇ ਪੁੱਛਿਆ ਭਾਈ ਸਾਹਿਬ ਕਹਿੰਦੇ ਨੇ ਧੰਨ ਹਨ ਉਹ ਗੁਰ ਸਿੱਖ ਬਾਬਾ ਜੀ ਅਰਦਾਸ ਵਿੱਚ ਕਹਿੰਦੇ ਨੇ ਦੇਖ ਕੇ ਅੰਡਿਤ ਕਰਨਾ ਔਗੁਣ ਕੀਤਿਆਂ ਨੂੰ ਕਿਵੇਂ ਸਮਝ ਵਿੱਚ ਆ ਦੇਖ ਕੇ ਕਿਸੇ ਪ੍ਰੇਮੀ ਨੇ ਨਾਲੇ ਦੇਖ ਲੈਣਾ ਨਾਲੇ ਅੰਡਿਤ ਕਰਨਾ ਬਾਬਾ ਜੀ ਅਰਦਾਸ ਕਹਿੰਦੇ ਨੇ ਦੇਖ ਕੇ ਅੰਡਿਤ ਕਰਨਾ ਇਹ ਗੱਲ ਕਿਵੇਂ ਸਮਝ ਇਤਿਹਾਸ ਨੂੰ ਪੜ੍ਹਿਆ ਦੇਖ ਕੇ ਅੰਡਿਤ ਤੋਂ ਗੁਰਪ੍ਰਸਾਦ ਗੁਰਪ੍ਰਸਾਦ ਦੇ ਅੰਦਰ ਹੀ ਘਟਨਾ ਹੁੰਦੀ ਹੈ ਧਿਆਨ ਨਾਲ ਸੁਣਿਓ ਤਾਂ ਮੈਂ ਇਸ ਨੂੰ ਸਮਝਣ ਕਹਿੰਦੇ ਕੋਈ ਬਹੁਤ ਪ੍ਰੇਮੀ ਗੁਰੂ ਦਾ ਸਿੱਖ ਇਤਿਹਾਸ ਨੂੰ ਪੜ੍ਹਿਆ ਬੜਾ ਸੌਖਾ ਵੀ ਸੀ ਗੁਰਪ੍ਰਸਾਦ ਸੂਰਜ ਗ੍ਰੰਥ ਦੇ ਅੰਦਰ ਚੰਗਾ ਕਾਰੋਬਾਰ ਧਿਆਨ ਨਾਲ ਸੁਣਿਓ ਤਾਂ ਉਹਦੇ ਘਰ ਕੋਈ ਸਿੱਖੀ ਸਰੂਪ ਵਿੱਚ ਠੱਗ ਆ ਗਿਆ ਠੱਗ ਬੜਾ ਸੌਖਾ ਵੀ ਸਿੱਖੀ ਸਰੂਪ ਉਹਦਾ ਚੰਗਾ ਕਾਰੋਬਾਰ ਵੀ ਚੋਰੀ ਦੀ ਭਾਵਨਾ ਨਾਲ ਠੱਗੀ ਦੀ ਭਾਵਨਾ ਉਹਦੇ ਘਰ ਕੋਈ ਸਿੱਖੀ ਸਰੂਪ ਵਿੱਚ ਠੱਗ ਆ ਗਿਆ ਠੱਗ ਉਸ ਗੁਰਸਿੱਖ ਨੇ ਬੜਾ ਆਦਰ ਕੀਤਾ ਗੁਰੂ ਕਾ ਸਿੱਖ ਅੰਦਰੋਂ ਚੋਰੀ ਦੀ ਭਾਵਨਾ ਨਾਲ ਠੱਗੀ ਦੀ ਭਾਵਨਾ ਲੰਗਰ ਪਾਣੀ ਛਕਾਇਆ ਆਇਆ ਸੇਵਾ ਕੀਤੀ ਉਸ ਗੁਰਸਿੱਖ ਨੇ ਬੜਾ ਆਪਣੇ ਮਤਲਬ ਲਈ ਆਇਆ ਗੁਰੂ ਕਾ ਸਿੱਖ ਜਾਣ ਉਹਦੇ ਰਾਤ ਦਾ ਰਿਹਾ ਘਰ ਰੱਖਿਆ ਉਸ ਘਰ ਵਾਲੇ ਦੀ ਘਰ ਵਾਲੀ ਸਿੰਘਣੀ ਨੇ ਪਰ ਉਹ ਤੇ ਹੁਣ ਆਪਣੇ ਮਤਲਬ ਲਈ ਆਇਆ ਬੀਬੀਆਂ ਦਿਨ ਵਿੱਚ ਗਹਿਣੇ ਪਾ ਲੈਂਦੀਆਂ ਨੇ ਲਾ ਦਿੰਦੀਆਂ ਨੇ ਉਹ ਗਹਿਣੇ ਲਾਏ ਜੀ ਘਰ ਡੱਬੇ ਵਿੱਚ ਰੱਖਣੀ ਨੇ ਉਹ ਹੁਣ ਦੇਖਦਾ ਪਿਆ ਵੀ ਡੱਬਾ ਕਿੱਥੇ ਰੱਖਿਆ ਦਿਨ ਵਿੱਚ ਗਹਿਣੇ ਉਹਦੇ ਆਪਣੇ ਕੰਮ ਤੇ ਲੱਗਾ ਹੋਇਆ ਦਿੰਦੀਆਂ ਉਹਨੇ ਉਹ ਗਹਿਣੇ ਰਾਤ ਸਾਰੇ ਸੌਂ ਡੱਬੇ ਵਿੱਚ ਰੱਖ ਦਿੱਤੇ ਤੇ ਉਹਨੇ ਉਹ ਹੁਣ ਦੇਖਦਾ ਪਿਆ ਵੀ ਡੱਬਾ ਕਿੱਥੇ ਰੱਖਿਆ ਹੁਣ ਉਹਨੇ ਬਾਹਰ ਨਿਕਲਣਾ ਕੰਮ ਤੇ ਲੱਗਾ ਹੋਇਆ ਜਦੋਂ ਰਾਤ ਸਾਰੇ ਸੌਂ ਗਏ ਘਰ ਵਾਲੇ ਸਿਰ ਉਹਨੇ ਗੁਰਮੁਖ ਨੂੰ ਡੱਬਾ ਚੁੱਕ ਮੇਰੇ ਪੇਟ ਵਿੱਚ ਬੜਾ ਦਰਦ ਉਹਨਾਂ ਨੇ ਬਾਹਰ ਨਿਕਲਣਾ ਸੀ ਮੈਂ ਲੈਟਰਿਨ ਜਾਣਾ ਕਹਿਣ ਲੱਗਾ ਇਹ ਗੁਰਸਿੱਖ ਕਹਿਣ ਲੱਗੇ ਦੇਖੋ ਰਾਤ ਦਾ ਸਮਾਂ ਅੱਧੀ ਰਾਤ ਹੋ ਗਈ ਵੀ ਮੇਰੇ ਪੇਟ ਵਿੱਚ ਬਾਹਰ ਤੇ ਹਨੇਰਾ ਹੀ ਹਨੇਰਾ ਮੈਂ ਲੈਟਰਿਨ ਜਾਣ ਦਾ ਵੇੜਾ ਬੜਾ ਖੁੱਲਾ ਤੁਸੀਂ ਕਨੁਕਰੇ ਬਹਿ ਕੇ ਕਰ ਲਓ ਦੇਖੋ ਹੁਣ ਰਾਤ ਦਾ ਸਮਾਂ ਅੱਧੀ ਰਾਤ ਹੋ ਗਈ ਉਹਦਾ ਮਤਲਬ ਤਾਂ ਇਸ ਨੇ ਹਨੇਰਾ ਹੀ ਹਨੇਰਾ ਤੇ ਸਾਡਾ ਘਰ ਵੇੜਾ ਬੜਾ ਖੁੱਲਾ ਤੁਸੀਂ ਕਨੁਕਰੇ ਬਹਿ ਕੇ ਕਰ ਲਓ ਕਹਿੰਦੇ ਜੀ ਮੈਨੂੰ ਸ਼ਰਮ ਕਹਿੰਦੇ ਗੁਰੂ ਕੇ ਸਿੱਖ ਨੇ ਉਹਦਾ ਮਤਲਬ ਤਾਂ ਐਸੀ ਵੀ ਕਿਸੇ ਤਰ੍ਹਾਂ ਸਭ ਕੁਝ ਜਾਣਦੇ ਆ ਸਭ ਕੁਝ ਜਾਣਦੇ ਹੋਏ ਤੇ ਮੈਂ ਤਿੱਤਰ ਹੋ ਜਾਵਾਂ ਸਿੱਖ ਜੀ ਦੇ ਜ਼ਰੂਰ ਜਾਣਾ ਹੈ ਕਹਿੰਦੇ ਫਿਰ ਗੱਲ ਲੱਗ ਕੇ ਮਿਲ ਲਈ ਸਭ ਕੁਝ ਜਾਣ ਕੇ ਮਿਲਣ ਲੱਗੇ ਨਾ ਗਲਵਕੜੀ ਜਾਣਦੇ ਹੋਏ ਤੇ ਉਹ ਡੱਬਾ ਜਿਹੜਾ ਸੀ ਉਹ ਕਾਠਿਆਂ ਤੇ ਥੱਲੇ ਟਿਕ ਜੀ ਦੇ ਜ਼ਰੂਰ ਜਾਣਾ ਹੈ ਹੁਣ ਘਰ ਵਾਲੇ ਸਿੱਖ ਨੂੰ ਪਤਾ ਹੈ ਵੀ ਇਹ ਡੱਬਾ ਤੇ ਗੱਲ ਲੱਗ ਕੇ ਮਿਲਣ ਲੱਗੇ ਨਾ ਗਲਵਕੜੀ ਪਾਈ
ਤੇ ਉਹ ਡੱਬਾ ਜਿਹੜਾ ਸੀ ਉਹ ਰੱਖ ਦਾ ਭਾਈ ਸਾਹਿਬ ਤੁਹਾਡਾ ਡੱਬਾ ਡਿੱਗ ਪਿਆ, ਹੁਣ ਘਰ ਵਾਲੇ ਆਪਣਾ ਡੱਬਾ ਲੈ ਜਾਓ। ਪਤਾ ਹੈ ਵੀ ਇਹ ਡੱਬਾ ਤੇ ਮੇਰੀ ਘਰ ਵਾਲੀ ਦਾ ਹੀ ਗਹਿਣਿਆਂ ਇੰਨੀ ਦਾ ਹੈ। ਗੱਲ ਸੁਣਦਿਆਂ ਸਾਰ ਉਹ ਚੋਰ ਜਿਹੜਾ ਸੀ ਪਾਣੀੋਂ ਡਿੱਗ ਪਿਆ, ਉਹ ਚਰਨਾਂ ਦੇ ਡੱਬਾ ਲੈ ਜਾਓ। ਆਂਦਾ ਭਾਈ ਸਾਹਿਬ ਇੰਨੀ ਗੱਲ ਸੁਣਦਿਆਂ ਅੱਜ ਤੋਂ ਬਾਅਦ ਮੇਰੀ ਤੋਬਾ, ਉਹ ਚੋਰ ਜਿਹੜਾ ਮੈਂ ਨਹੀਂ ਇਹੋ ਜਿਹਾ ਕੰਮ ਕਰਾਂਗਾ। ਮੈਨੂੰ ਅੱਜ ਪਤਾ ਲੱਗਾ ਵੀ ਗੁਰੂ ਕੇ ਸਿੱਖ ਐਸੇ ਭਾਈ ਸਾਹਿਬ ਇਹ ਹੈ ਔਗੁਣਾਂ ਨੂੰ ਮੇਰੀ ਤੋਬਾ ਜਾਣਨਾ, ਮੈਂ ਨਹੀਂ ਇਹੋ ਜਿਹਾ ਕਰਮ ਕਰਾਂਗਾ। ਇਹੋ ਜੀ ਦ੍ਰਿਸ਼ਟੀ ਮੈਨੂੰ ਅੱਜ ਪਤਾ ਲੱਗਾ ਵੀ ਗੁਰੂ ਕੇ ਸਿੱਖ ਐਸੇ ਸਾਡੇ ਇਹ ਹੈ ਚੜ੍ਹਦੀ ਕਲਾ ਔਗੁਣਾਂ ਨੂੰ ਅਸੀਂ ਕਰਕੇ ਜਾਣਨਾ ਵੰਡ ਕੇ ਬੜਾ ਔਖਾ। ਅਗਲੇ ਦੇ ਗੁਣਾਂ ਨੂੰ ਵੀ ਔਗੁਣ ਕਰਕੇ ਬਿਆਨ ਕਰਦੇ, ਪਰ ਭਾਈ ਸਾਹਿਬ ਕਹਿ ਰਹੇ ਨੇ ਮੈਂ ਤੇ ਉਸ ਸਿੱਖ ਤੋਂ ਚੜ੍ਹਦੀ ਕਲਾ ਚੌਖਨੀ ਚਾਰ ਟੋਟੇ ਵੰਡ ਕੇ ਕੁਰਬਾਨ ਜਾਨਾ, ਅਗਲੇ ਦੇ ਗੁਣਾਂ ਨੂੰ ਵੀ ਔਗੁਣ ਕਰਕੇ ਬਿਆਨ ਕਰਦੇ। ਚੌਖਨੀ ਹੈ ਕਹਿ ਰਹੇ ਨੇ ਮੈਂ ਤੇ ਉਸ ਸਿੱਖ ਦਾ ਚੌਖਨੀ ਹੈ, ਚਾਰ ਟੋਟੇ ਹੋ ਕੇ ਕੁਰਬਾਨ ਜਾਨਾ। ਹਉ ਤਿਸ ਦਾ ਚੌਖਨੀ ਹੈ, ਹਉ ਤਿਸ ਦਾ ਚੌਖਨੀ ਹੈ। ਗੁਣ ਪਰਵਾਣੇ ਔਗਣ ਕੀਤੇ ਗੁਣ ਪਰਵਾਣੇ, ਔਗਣ ਕੀਤੇ ਗੁਣ ਪਰਵਾਣੇ, ਔਗਣ ਕੀਤੇ ਗੁਣ ਪਰਵਾਣੇ। ਫਿਰ ਤੇ ਆਏਗਾ ਆਨੰਦ। ਜੇ ਸਿਰਫ ਫਾਰਮੈਲਿਟੀ ਕਰੋਗੇ ਤੁਹਾਡੀ ਮਰਜ਼ੀ। ਔਗਣ ਕੀਤੇ ਗੁਣ, ਹਾਲਾਂਕਿ ਉਸ ਬੰਦੇ ਦਾ ਜੋ ਕਰਤੱਵ ਹੈ ਪੜੋਗੇ ਫਿਰ ਤੇ ਆਏਗਾ। ਕੋਈ ਤੁਹਾਡੇ ਵਿੱਚੋਂ ਸਲਾਹੇਗਾ ਨਹੀਂ। ਫਾਰਮੈਲਿਟੀ ਕਰੋਗੇ, ਨਾਲੇ ਘਰ ਰੱਖਿਆ, ਔਗਣ ਨਾਲੇ ਸੇਵਾ ਕੀਤੀ, ਨਾਲੇ ਲੰਗਰ ਪਾਣੀ ਛਕਾਇਆ। ਉਸ ਬੰਦੇ ਦਾ ਉਹਨੇ ਜੋ ਕੀ ਕੀਤਾ? ਕਰਤੱਵ ਹੈ ਉਹਨੇ ਉਹਨਾਂ ਦੇ ਘਰ ਵਿੱਚੋਂ ਹੀ ਚੋਰੀ ਦੀ ਭਾਵਨਾ ਨਾਲ ਉਹ ਚੁੱਕ ਨਾਲੇ ਸੇਵਾ ਇਹ ਔਗਣ ਹੈ, ਨਾਲੇ ਲੰਗਰ ਪਾਣੀ ਛਕਾਇਆ। ਧੰਨ ਗੁਰੂ ਤੇ ਉਹਨੇ ਕੀ ਕੀਤਾ? ਜਿੰਨੇ ਉਹਦੇ ਔਗਣ ਦੇਖ ਲਏ ਹੀ ਚੋਰੀ ਦੀ ਪਰ ਫਿਰ ਭਾਵਨਾ ਵੀ ਨਾਲ ਗੁਣ ਉਹ ਚੁੱਕ ਕਰਕੇ ਲਏ। ਪ੍ਰਵਾਨ ਇਹ ਔਗਣ ਹੈ। ਆਖਿਆ ਭਾਈ ਸਾਹਿਬ ਪਰ ਤੁਹਾਡਾ ਡੱਬਾ ਡਿੱਗ ਪਿਆ, ਜਿੰਨੇ ਲੈ ਜਾਓ। ਉਹਦੇ ਔਗਣ ਦੇਖ ਲਏ ਬਸ ਇਸ ਘਟਨਾ ਪਰ ਫਿਰ ਵੀ ਗੁਣ ਯਾਦ ਕਰਕੇ ਰੱਖੋ ਪ੍ਰਵਾਨ ਕਿ ਕੀਤੇ ਸਿੱਖੋ, ਤੇ ਆਖਿਆ ਭਾਈ ਸਾਹਿਬ ਜੇ ਆਪਾਂ ਡੱਬਾ ਨਫ਼ਰਤ ਡਿੱਗ ਕਰਾਂਗੇ ਪਿਆ। ਉਹਦੇ ਚੋਂ ਨਫ਼ਰਤ ਪੈਦਾ ਲੈ ਜਾਓ। ਹੋਵੇਗੀ। ਜੇ ਪਿਆਰ ਕਰਾਂਗੇ ਪਿਆਰ ਪੈਦਾ ਘਟਨਾ ਹੋਵੇਗਾ। ਯਾਦ ਸਾਰੇ ਰੱਖੋ ਕਿ ਸਿੱਖੋ, ਆਗੂਆਂ ਨੂੰ ਵੀ ਗੁਰਮੁਖਾਂ ਜੇ ਆਪਾਂ ਨੂੰ ਨਫ਼ਰਤ ਗ੍ਰੰਥੀਆਂ ਕਰਾਂਗੇ ਉਹਦੇ ਚੋਂ ਨਫ਼ਰਤ ਪੈਦਾ ਆਪਣੇ ਆਪ ਹੋਵੇਗੀ। ਨੂੰ ਵੀ ਇਹ ਇਹੀ ਪਿਆਰ ਕਰਾਂਗੇ ਕਰਾਂਗੇ। ਪਿਆਰ ਪੈਦਾ ਹੋ। ਐਸੀ ਬਿਰਤੀ ਬਣਾਓ, ਸਾਰੇ ਐਸੀ ਆਗੂਆਂ ਨੂੰ ਵੀ ਜਿਹੜੀ ਬਾਬਾ ਨਾਨਕ ਨੇ ਦਿੱਤੀ ਸਾਨੂੰ, ਪਾਠੀਆਂ ਨੂੰ ਹਮ ਆਪਣੇ ਆਪ ਚੰਗੇ ਬੁਰਾ ਨਹੀਂ ਕੋਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋ। ਜਿਹੜੀ ਬਾਬੇ ਨਾਨਕ ਨੇ ਦਿੱਤੀ ਸਾਨੂੰ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਹਉ ਤਿਸ ਦਾ ਚੌਖਨੀ ਹੈ, ਮੰਦਾ ਕਿਸੇ ਨਾ ਆਖ ਵਖਾਣੇ, ਮੰਦਾ ਕਿਸੇ ਨਾ ਆਖ। ਫਿਰ ਅਗਲੀ ਪੰਕਤੀ ਚ ਮੈਂ ਕਹਿੰਦਾ ਉਸ ਹਉ ਤਿਸ ਦਾ ਚੌਖਨੀ ਹੈ, ਜਿਹੜਾ ਕਿਸੇ ਨੂੰ ਮੰਦਾ ਆਖ ਵਖਾਣੇ। ਮੰਦਾ ਕੀ ਗੁਰਬਾਣੀ ਇਹ ਕਹਿ ਰਹੀ ਹੈ, ਮੈਂ ਨਾਨਕ ਫਿੱਕਾ ਬੋਲਿਆ। ਜਿਹੜਾ ਕਿਸੇ ਨੂੰ ਮੰਦਾ ਪੜੋ ਸਾਰਿਆਂ ਨੂੰ ਆਉਂਦਾ ਬੋਲ ਨਹੀਂ ਬੋਲਦਾ। ਤਨ ਮਨ ਫਿੱਕਾ ਗੁਰਬਾਣੀ ਹੋਏ, ਇਹ ਕਹਿ ਰਹੀ ਹੈ ਫਿੱਕੋ ਫਿੱਕਾ ਨਾਨਕ ਸਦੀ ਫਿੱਕਾ ਹੈ, ਬੋਲਿਆ। ਫਿੱਕੇ ਫਿੱਕੀ ਸੋਏ। ਅੱਗੇ ਪੜੋ ਸਾਰਿਆਂ ਨੂੰ ਆਉਂਦਾ ਹੈ। ਫਿੱਕਾ ਬੋਲਣ ਵਾਲੇ ਦੀ ਤਨ ਮਨ ਸੋਏ ਫਿੱਕਾ ਸ਼ੋਭਾ, ਹੋਏ, ਰੈਪੂਟੇਸ਼ਨ ਕੋ ਫਿੱਕੀ ਹੋਏ। ਫਿੱਕਾ ਸਦੀ ਹੈ। ਫਿੱਕਾ ਫਿੱਕਾ ਬੋਲੋਗੇ ਦਸਾਂ ਨੂੰ ਹੋਰ ਜਾ ਕੇ ਦੱਸੇਗਾ ਫਿੱਕਾ ਯਾਰ ਬੋਲਣ ਛੱਡੋ ਵਾਲੇ ਇਹਨਾਂ ਦੀ ਦੀ ਗੱਲ ਸੋਏ ਬੜਾ ਫਿੱਕਾ ਸ਼ੋਭਾ, ਰੈਪੂਟੇਸ਼ਨ ਫਿੱਕੀ। ਨਾਨਕ ਫਿੱਕਾ ਬੋਲਿਆ ਤਨ ਇੱਕ ਨਾਲ ਮਨ ਫਿੱਕਾ ਬੋਲੋਗੇ ਦਸਾਂ ਨੂੰ ਹੋਰ ਜਾ ਕੇ ਦੱਸੇਗਾ। ਫਿੱਕਾ ਸਦੀ ਹੈ, ਯਾਰ ਛੱਡੋ ਉਹਦੇ ਨਾਲ ਕੀ ਗੱਲ ਕਰੋ, ਬੜਾ ਫਿੱਕਾ ਬੋਲ। ਸੋਏ ਫਿੱਕਾ ਦਰਗਾ ਸੱਚੀ ਹੈ, ਬੋਲਿਆ ਮੋਹ ਠੁਕਾ ਫਿੱਕੇ ਪਾਹੇ, ਫਿੱਕੋ ਫਿੱਕਾ ਮੂਰਖਿਆ ਕੀ ਹੈ, ਫਿੱਕੇ ਪਾਣਾ ਲਹਿ ਧੋਏ ਜਾਏ। ਫਿੱਕਾ ਦਰਗਾ ਸੱਚੀ ਸੱਚੀ ਹੈ, ਮਾਰ ਵੀ ਪੈ ਮੋਹ ਠੁਕਾ ਫਿੱਕੇ ਪਾਹੇ, ਭਾਈ ਗੁਰਦਾਸ ਫਿੱਕਾ ਜੀ ਨੇ ਮੂਰਖਿਆ ਪਿਆਰਿਓ, ਕੀ ਹੈ, ਮੈਂ ਤੇ ਉਸ ਗੁਰਸਿੱਖ ਪਾਣਾ ਤੋਂ ਕੁਰਬਾਨ ਲਹਿ ਹਾਂ। ਸਜਾਏ। ਜਿਹੜਾ ਕਿਸੇ ਸਿੱਖ ਉਹਨੂੰ ਨੂੰ ਜੁੱਤੀਆਂ ਦੀ ਮਾਰ ਵੀ ਜੇ ਮੰਦਾ ਨਹੀਂ ਤੋ ਪਾਤਸ਼ਾਹ ਭਾਵ ਭਾਈ ਗੁਰਦਾਸ ਉਹਦੇ ਨਾਲ ਵੀ ਪਿਆਰਿਓ, ਪਿਆਰ ਕਰਕੇ ਉਹਦਾ ਜੀਵਨ ਮੈਂ ਤੇ ਉਸ ਬਦਲਦਾ ਹੈ। ਸਿੱਖ ਤੋਂ ਕੁਰਬਾਨ ਹਾਂ। ਉਹਨੂੰ ਵੀ ਆਪਣੀ ਬੁੱਕਲ ਜਿਹੜਾ ਵਿੱਚ ਲੈ ਕੇ ਆਪਣੀ ਛੋਹ ਦੇ ਕੇ ਬਦਲ, ਦੂਜੇ ਨੂੰ ਮੰਦਾ ਨਹੀਂ, ਜਿਵੇਂ ਉਸ ਗੁਰਸਿੱਖ ਨੇ ਭਾਵ ਉਹਦੇ ਨਾਲ ਆਖਿਆ ਵੀ ਇਹ ਪਿਆਰ ਡੱਬਾ ਲੈ ਕਰਕੇ ਜਾਓ। ਉਹਦਾ ਜੀਵਨ ਬਦਲਦਾ ਹੈ। ਪਤਾ ਹੈ ਉਹਨੂੰ ਵੀ ਆਪਣੀ ਬੁੱਕਲ ਪਰ ਵਿੱਚ ਉਹਦਾ ਲੈ ਕੇ ਜੀਵਨ ਬਦਲ ਕੇ ਛੋਹ ਦੇ ਕੇ ਬਦਲਦਾ ਹੈ। ਉਹ ਹੁਣ ਜਿਵੇਂ ਚਰਨਾਂ ਦੇ ਉਸ ਢਹਿ ਸਿੱਖ ਨੇ ਮੈਂ ਇੱਕ ਵਾਰੀ ਗੱਲ ਆਖਿਆ ਸੁਣਾਈ, ਇਹ ਡੱਬਾ ਲੈ ਜਾਓ। ਸੰਤ ਤੇਜਾ ਸਿੰਘ ਜੀ ਪਤਾ ਹੈ ਵਸਤੂ ਚੋਰ, ਆਣੇ ਵਾਲੇ ਪਰ ਉਹਦਾ ਜਦੋਂ ਨਵੇਂ ਨਵੇਂ ਆਏ ਨਾ ਸੰਤ ਅਦਰ ਸਿੰਘ ਜੀ ਉਹ ਚਰਨਾਂ ਦੇ ਢਹਿ ਤੇ ਪਏ। ਪੜ੍ਹੇ ਲਿਖੇ ਸਨ, ਮੈਂ ਇੱਕ ਵਾਰੀ ਗੱਲ ਪ੍ਰਿੰਸੀਪਲ ਸੁਣਾਈ ਰਿਟਾਇਰ ਨੂੰ ਛੱਡ ਕੇ ਆਏ ਸਨ ਸੰਤ ਤੇਜਾ ਸਿੰਘ ਜੀ ਤੇ ਹੁਣ ਉੱਥੇ ਤੇ ਵਸਤੂ ਸੇਵਾ ਆਣੇ ਕਰਨੀ ਵਾਲੇ। ਪੈਣੀ ਹੈ। ਜਦੋਂ ਸੇਵਾ ਨਵੇਂ ਨਵੇਂ ਆਏ ਸਾਰੇ ਨਾ ਬਰਾਬਰ ਬਰਾਬਰ ਸਿੰਘ ਜੀ ਕੋਲ
ਚਾਹੇ ਕੋਈ ਪ੍ਰਿੰਸੀਪਲ ਹੈ ਤੇ ਚਾਹੇ ਕੋਈ ਅਨਪੜ੍ਹ ਹੈ, ਸਭ ਟੋਕਰੀ ਢੋ ਰਹੇ ਸੀ। ਤੇ ਹੁਣ ਸੰਤ ਸੇਵਾ ਕਰਨੀ ਪੈਣੀ, ਬੜੇ ਦੂਰ ਦ੍ਰਿਸ਼ਟੀ ਵਾਲੇ ਸੇਵਾ ਕਾਲ ਦੇ ਬਰਾਬਰ ਨੂੰ, ਚਾਹੇ ਉਹਨਾਂ ਨੂੰ ਪਤਾ ਸੀ ਕਿ ਮੈਂ ਸੰਤ ਤੇਜਾ ਸਿੰਘ ਜੀ ਕੋਲੋਂ ਕੀ ਸੇਵਾ ਲੈਣੀ ਹੈ। ਤੇ ਸੰਤ ਅਤਰ ਪਰ ਜਿਹੜੇ ਉਹ ਅਨਪੜ੍ਹ ਦ੍ਰਿਸ਼ਟੀ ਵਾਲੇ ਜਿਨ੍ਹਾਂ ਦੀਆਂ ਅੱਖਾਂ ਤੇ ਪੱਟੀ ਸੀ, ਉਹਨਾਂ ਨੂੰ ਪਤਾ ਸੀ ਕਿ ਮੈਂ ਸੰਤ ਤੇਜਾ ਸਿੰਘ ਜੀ ਵੀ ਅਸੀਂ ਇੰਨੀ ਦੇਰ ਤੋਂ ਇੱਥੇ ਸੇਵਾ ਕਰ ਰਹੇ ਹਾਂ। ਪਰ ਜਿਹੜੇ ਦਾ ਅਨਪੜ੍ਹਿਆ ਆਇਆ ਜਿਨ੍ਹਾਂ ਦੀਆਂ ਅੱਖਾਂ ਤੇ ਪੱਟੀ ਸੀ, ਮੋਢਿਆਂ ਦੇ ਉੱਤੇ ਚੰਗਾ ਨਹੀਂ, ਇਹਦੀ ਹਰ ਵੇਲੇ ਗੱਲ ਪੁੱਛਦਾ ਵੀ ਅਸੀਂ ਇੰਨੀ ਦੇਰ ਤੋਂ ਸੇਵਾ ਕਰ ਰਹੇ ਹਾਂ। ਇਹ ਕੱਲ ਦਾ ਪੜਿਆ ਆਇਆ ਹੁੰਦੇ ਨੇ, ਉਹਨਾਂ ਦਾ ਦਿਮਾਗ ਉਧਰ ਹੀ ਚੱਲਦਾ ਵੀ ਕੋਈ ਔਖਾ ਹਰ ਵੇਲੇ ਗੱਲ ਅੱਜ ਹੀ ਭਜਾ ਦਿਆ। ਉਹਨਾਂ ਆਖਿਆ ਇਹਨੂੰ ਭਜਾਈਏ ਕਿਸੇ ਗਰੁੱਪ ਬਣ ਗਿਆ। ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਉਹ ਉਹਨਾਂ ਦਾ ਦਿਮਾਗ ਉਧਰ ਹੀ ਚੱਲ ਰਹੇ ਨੇ, ਇਹ ਵੀ ਕੋਈ ਔਖਾ ਕੰਮ ਨੇ ਵਿੱਚੋਂ ਅੱਜ ਹੀ ਮੋਢਾ ਮਾਰ ਦਿੱਤਾ। ਉਹਨਾਂ ਬਣ ਗਿਆ ਵੀ ਕਿਉਂ ਮੋਢਾ ਮਾਰਿਆ, ਬਸ ਇੱਥੇ ਚੁੱਕ ਕੇ ਲੜਾਈ ਖੜੀਆਂ ਚੁੱਕ ਕੇ ਸੇਵਾ ਕਰ ਰਹੇ ਨੇ। ਸੰਤ ਤੇਜਾ ਸਿੰਘ ਨੇ ਸਮਝ ਲਿਆ, ਐਉਂ ਮੋਢਾ ਮਾਰ ਕਹਿੰਦੇ ਉੱਥੇ ਟੋਕਰੀ ਰੱਖ ਲਈ। ਉਹਨਾਂ ਪੁੱਛਣਗੇ ਬੜੇ ਪ੍ਰੇਮ ਨਾਲ ਬਸ ਗੁਰਮੁਖ ਨੂੰ ਬਾਹੋਂ ਫੜ ਕੇ ਲੜਾਈ ਖੜੀ ਕਰਦੇ ਇੱਕ ਪਾਸੇ ਕਮਰੇ ਵਿੱਚ ਲੈ ਗਏ। ਸੰਤ ਤੇਜਾ ਸਿੰਘ ਜੀ ਨੇ ਆਖਣਗੇ ਗੁਰਮੁਖਾਂ ਮੈਨੂੰ ਸਮਝ ਆਈ ਹੈ, ਰੱਖ ਲਈ ਵੀ ਮੇਰੇ ਵਿੱਚ ਕੋਈ ਬੜੇ ਪ੍ਰੇਮ ਨਾਲ ਉਸ ਗੁਰਮੁਖ ਨੂੰ ਗਲਤੀ ਫੜ ਕੇ ਪਰ ਵੇਖ ਜੇ ਅਸੀਂ ਬਾਹਰ ਲੈ ਗਏ ਤੇ ਲੋਕੀ ਕੀ ਕਹਿਣ, ਮੁਖਾ ਮੈਨੂੰ ਸਮਝ ਆਈ ਹੈ ਵੀ ਇਹ ਗੁਰੂ ਮੇਰੇ ਸਿੱਖ ਲੜ ਰਹੇ ਨੇ, ਮੇਰੇ ਵਿੱਚ ਹੁਣ ਤੂੰ ਮੇਰੀ ਗਲਤੀ ਦੱਸ। ਪਰ ਵੇਖ ਜੇ ਅਸੀਂ ਬਾਹਰ ਲੈਣਾਂਗੇ ਛੁੱਟੀ ਤੇ ਲੋਕੀ ਕੀ ਕਹਿਣ ਵੀ ਇਹ ਕਿਨੇ ਮਾਰਨੀ, ਸਿੱਖ ਲੜ ਰਹੇ ਨੇ। ਹੁਣ ਮੇਰੀ ਚਰਨਾਂ ਦੇ ਦੇਖੋ ਮਾਰਾ ਮੇਰੀ ਫੁੱਲ ਤੇ ਆ ਲੈ ਮੇਰੀ ਛੁੱਟੀ। ਗੱਲ ਅਸਲ ਵਿੱਚ ਇਹ ਹੈ ਕਿ ਜਦੋਂ ਤੀਕ ਹੁਣ ਅਸੀਂ ਕੀ ਕਰਦੇ, ਕਿਨੇ ਮਾਰਨੀ। ਠੀਕ ਹੈ ਵਿਚਾਰਾਂ ਦੇ ਮਤਭੇਦ ਵੀ ਹੁੰਦੇ, ਪੈਰਾਂ ਚਰਨਾਂ ਦੇ ਕਿੰਨਾ ਰੌਲਾ ਪਿਆ ਹੋਇਆ। ਗੱਲ ਅਸਲ ਵਿੱਚ ਇਹ ਹੈ ਕਿ ਜਦੋਂ ਦਾ ਪਿਛੋਕੜ ਤੋਂ ਅਸੀਂ ਕੀ ਕਰ ਰਹੇ ਹਾਂ। ਠੀਕ ਹੈ ਵਿਚਾਰਾਂ ਦੇ ਬਾਣੀ ਪਰਿਵਾਰ ਵਿੱਚੋਂ ਗੁਰਸਿੱਖ ਸਜੇ ਨੇ, ਰੌਲਾ ਪਿਆ ਹੋਇਆ ਔਰ ਸਾਰੀ ਮਾਲਵੇ ਦੀ ਬੈਲਟ ਵਿੱਚ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ। ਪਿਛੋਕੜ ਤੁਹਾਨੂੰ ਪਤਾ, ਮੈਂ ਕਹਿੰਦਾ ਠੀਕ ਹੈ ਕੋਈ ਮਤਭੇਦ ਹੋ ਗਿਆ, ਮੇਰੇ ਕੋਲ ਗਲਤ ਨਿਕਲ ਜਾਏ, ਉਹਨਾਂ ਕੋਲੋਂ ਗਲਤ ਨਿਕਲਿਆ, ਪਰ ਆ ਜਿਹੜਾ ਜਲੂਸ ਅਸੀਂ ਕੱਢ ਰਹੇ ਗੁਰਮਤ ਦਾ ਪ੍ਰਚਾਰ ਕਰ ਰਹੇ ਨੇ ਜੀ, ਗੁਰਦੁਆਰੇ ਪੁਲਿਸ ਜੋੜੇ ਲੈ ਕੇ ਆ ਗਈ, ਮਤਭੇਦ ਹੋ ਗਿਆ, ਇਹ ਗਲਤੀ ਕੀਤੀ, ਮੇਰੇ ਕੋਲ ਗਲਤ ਨਿਕਲ ਜਾਏ ਜੇ ਉਹਨਾਂ ਕੋਲ ਐਸਾ ਜਲੂਸ ਹੈ। ਪਰ ਆ ਜਿਹੜਾ ਜਲੂਸ ਕਹਿੰਦੇ ਨੇ, ਮੈਂ ਉਸ ਸਿਰਾਂ ਨੇ ਜੀ ਗੁਰਦੁਆਰੇ ਪੁਲਿਸ ਲੈ ਕੇ ਆ ਗਈ, ਜਿਹੜਾ ਗਲਤੀ ਕੀਤੀ, ਨਿਮਰਤਾ ਕਹਿ ਕੇ ਜੇ ਤੁਸੀਂ ਐਸਾ ਜਲੂਸ ਬੰਦਾ ਬੋਲ ਨਹੀਂ ਬੋਲਦਾ ਨੇ, ਹਾਂ ਮੈਂ ਉਸ ਦਾ ਕੁਰਬਾਨ ਜਾਂਦਾ ਹਾਂ, ਜਿਹੜਾ ਇੰਨੀ ਨਿਮਰਤਾ ਕਹਿ ਹੈ ਬੋਲੋ, ਕਿਸੇ ਨੂੰ ਬੰਦਾ ਬੋਲ ਨਹੀਂ ਬੋਲਦਾ, ਹਾਂ ਤਿਸ ਦਾ ਚੌਖਨ ਨਹੀਂ ਹੈ, ਹਾਂ ਤਿਸ ਦਾ ਮੰਦਾ ਕਿਸੇ ਨਾ ਆਖ ਵਖਾਣ, ਮੰਦਾ ਕਿਸੇ ਨਾ ਆਖ ਵਖਾਣ, ਮੰਦਾ ਕਿਸੇ ਨਾ ਆਖ ਵਖਾਣ, ਮੰਦਾ ਕਿਸੇ ਨਾ ਆਖ ਵਖਾਣ। ਉਹ ਜਿਵੇਂ ਢਿੱਡ ਨੰਗਾ ਕਰਨ ਵਾਲੀ ਗੱਲ, ਪਰ ਬੜਾ ਦੁੱਖ ਹੋ ਰਿਹਾ। ਗੁਰੂ ਕੇ ਸਿੱਖ ਉਹ, ਗੁਰੂ ਕੇ ਸਿੱਖ ਉਹ, ਇਹੋ ਜਿਹੀਆਂ ਗੱਲਾਂ ਕਰਨੀਆਂ ਇੱਕ ਦੂਜੇ ਉੱਤੇ ਅਸੀਂ ਇਸ ਤਰ੍ਹਾਂ ਜਿਵੇਂ ਲਾ ਢਿੱਡ ਨੰਗਾ ਕਰਨ ਵਾਲੀ ਨਹੀਂ ਹੈਗੀ, ਪਰ ਬੜਾ ਦੁੱਖ ਹੋ ਰਿਹਾ। ਸਿੱਖੀ ਦੀ ਸਪਿਰਟ ਗੁਰੂ ਹੋਰ ਹੈ। ਉਹ ਗੁਰੂ ਕੇ ਭਾਈ ਸਾਹਿਬ ਕਹਿੰਦੇ ਨੇ ਇੱਕ ਦੂਜੇ ਉੱਤੇ ਪੱਗਾਂ ਲਾ ਰਹੇ, ਇੱਕ ਬਾਤ ਨਹੀਂ ਹੈਗੀ, ਲੋਕਾਂ ਭਾਣੇ ਸਿੱਖੀ ਦੀ ਆਪ ਠਗਾਏ ਲੋਕਾਂ ਭਾਣੇ। ਫਿਰ ਅੱਗੇ ਲੋਕ ਸਮਝਦੇ ਨੇ ਜੀ ਇਹ ਹਾਂ ਇਹਨੂੰ ਠੱਗ ਕੇ ਲੈਖਣ ਕੋਈ ਹੈ, ਆਪ ਠਗਾਏ ਲੋਕਾਂ ਭਾਣੇ, ਮੈਨੂੰ ਠੱਗ ਆਪ ਠਗਾਏ ਲੋਕਾਂ ਭਾਣੇ, ਪਰ ਉਹਦੇ ਉੱਤੇ ਅਖੀਰਲੇ ਦਿਨ ਪ੍ਰਭਾਵ ਚੰਗਾ ਹੀ ਪਵੇਗਾ, ਉਹਦਾ ਜੀਵਨ ਬਦਲ ਜਾਏਗਾ। ਠੱਗ ਕੇ ਲੈ ਮੈਨੂੰ ਨੇ ਤੇ ਇਸੇ ਤਰ੍ਹਾਂ ਹੀ ਕੱਲ ਇੱਕ ਗੁਰਸਿੱਖ ਬੜੇ ਪਰ ਉਹਦੇ ਉੱਤੇ ਗਰਮ ਦਿਨ ਪ੍ਰਭਾਵ ਚੰਗਾ ਹੀ ਪਵੇਗਾ। ਹਾਂਜੀ ਜੀ ਕੀ ਹੋ ਰਿਹਾ, ਕੀ ਹੋ ਰਿਹਾ, ਚੰਗਾ ਹੋ ਰਿਹਾ, ਠੀਕ ਹੋ ਰਿਹਾ, ਗਲਤ ਹੋ ਰਿਹਾ, ਨਾ ਮੈਂ ਕਰਨ ਵਾਲਿਆਂ ਵਿੱਚ ਨਾ ਮੈਂ ਗਰਮ ਵਾਲਿਆਂ ਵਿੱਚ, ਮੈਂ ਉਹਨਾਂ ਨੂੰ ਪਰ ਤੁਹਾਡਾ ਪੁੱਛਣ ਦਾ ਤਰੀਕਾ ਠੀਕ ਨਹੀਂ ਹੈ। ਹਾਂਜੀ ਜੀ ਇਹ ਕੀ ਹੋ ਰਿਹਾ, ਕੀ ਹੋ ਰਿਹਾ, ਚੰਗਾ ਹੋ ਰਿਹਾ, ਗੱਲ ਕਰੋ, ਮੈਂ ਤੁਹਾਨੂੰ ਸਮਝਾਵਾਂਗਾ। ਮੈਂ ਨਾ ਮੈਂ ਕਰਨ ਵਾਲਿਆਂ ਇਹ ਠੀਕ ਹੈ ਕਿ ਲੋਕ ਸਮਝਣਗੇ, ਪਰ ਤੁਹਾਡਾ ਪੁੱਛਣ ਦਾ ਤਰੀਕਾ ਠੀਕ ਨਹੀਂ। ਸਾਨੂੰ ਅਗਲਾ ਧੋਖਾ ਦੇ ਗਿਆ, ਪਿਆਰ ਨਾਲ ਗੱਲ ਕਰੋ, ਮੈਂ ਤੁਹਾਨੂੰ ਸਮਝਾਵਾਂਗਾ, ਪਰ ਅਸੀਂ ਆਪਣੇ ਸਿਧਾਂਤ ਨਾ ਸਮਝਣਗੇ। ਭਾਈ ਸਾਹਿਬ ਕਹਿੰਦੇ ਮੈਂ ਐਸੇ ਸਿੱਖ ਸਾਨੂੰ ਅਗਲਾ ਧੋਖਾ ਦੇ ਗਿਆ, ਚੂਨਾ ਲਾ ਗਿਆ, ਕੁਝ ਕਹੇ, ਪਰ ਅਸੀਂ ਆਪਣੇ ਸਿਧਾਂਤ ਨਾ ਚੋਖਨੀ। ਭਾਈ ਸਾਹਿਬ ਕਹਿੰਦੇ ਮੈਂ ਐਸੇ ਸਿੱਖ ਤੋਂ ਵੀ ਕੁਰਬਾਨ ਜਾਂਦਾ, ਹਾਂ ਤਿਸ ਦਾ ਚੋਖਨੀ ਹੈ, ਹਾਂ ਤਿਸ ਦਾ ਚੋਖਨੀ ਲੋਕਾਂ ਭਾਣ, ਆਪ ਠਗਾਏ ਲੋਕਾਂ ਭਾਣ, ਆਪ ਠਗਾਏ ਲੋਕਾਂ ਭਾਣ, ਆਪ ਠਗਾਏ ਲੋਕਾਂ ਭਾਣ।
ठगिया गया। कोई गल नहीं भाई, गुरु का सिख है ना, मैनू 4 कौड़े वचन कह गया, कोई बात नहीं। लोकां दी नज़र विच इउं है मेरा की बिगड़े, ठगिया गया। मेरा की बिगड़े, कोई गल नहीं भाई, जदों ये भावना पैदा हो जाएगी 4 कौड़े वचन कह गया, कोई बात ਤਾਂ ਹੀ ਤੇ ਗੁਰਦੇਵ ਕਹਿੰਦੇ मेरा की बिगड़े। ਭਾਈ ਰੱਖ ਗਰੀਬੀ ਮੇਰਾ ਕੀ ਵੇਸ, ਨਿਮਰਤਾ ਦਾ ਵੇਸ ਜਦੋਂ ਇਹ ਭਾਵਨਾ ਪੈਦਾ ਹੋ ਜਾਏਗੀ ਬਚਾ। ਸਿੱਖੀ ਦੇ ਗੁਣ ਹਰੀ ਜੀ ਕੀ ਕਹਿੰਦੇ ਤਾਂ ਹੀ ਤੇ ਗੁਰਦੇਵ ਕਹਿੰਦੇ ਨੇ ਜੇ ਤੂੰ ਗੁੱਸਾ ਭਾਈ ਨਹੀਂ ਰੱਖ ਕਰੇਗਾ ਗਰੀਬੀ ਵੇਸ, ਤੇਰੇ ਕੋਲ ਬਚ ਨਿਮਰਤਾ ਦਾ ਵੇਸ ਰੱਖ ਕੇ ਤੂੰ ਤੇ ਜੇ ਆਪਣੇ ਤੂੰ ਗੁੱਸਾ ਗੁਨਾਹ ਨੂੰ ਕਰੇਗਾ ਤੂੰ ਆਪਣਾ ਵੀ ਗਵਾ ਲੈ। ਕਹਿੰਦੇ ਫਿਰ ਅੱਗੇ ਕਹਿੰਦੇ ਨੇ ਨੇ ਜੇ ਤੂੰ ਗੁੱਸਾ ਨਹੀਂ ਕਰੇਗਾ ਚੌਖੰਨੀ ਹੈ ਤੇਰੇ ਕੋਲ ਬਚ ਜਾਏਗਾ ਪਰ ਸਭ ਕੁਝ। ਉਪਕਾਰ ਕਰੇ ਜੇ ਤੂੰ ਰੰਗ ਗੁੱਸਾ ਕਰੇਗਾ ਤੂੰ ਆਪਣਾ ਵੀ ਗਵਾ ਲੈ। ਉਪਕਾਰ ਕਰ, ਫਿਰ ਅੱਗੇ ਦੂਜਿਆਂ ਦਾ ਭਲਾ ਕਰ। ਹਉ ਤਿਸ ਦਾ ਦੇਖੋ ਭਗਤ ਚੌਖੰਨੀ ਪੂਰਨ ਹੈ ਸਿੰਘ ਜੀ ਪਰ ਉਪਕਾਰ ਕਿਵੇਂ ਕਰੇ ਸਿੱਖਾਂ ਦੇ ਰੰਗ ਪਤਾ ਮਾਣੇ। ਪਰ ਉਹਨਾਂ ਦਾ ਪਹਿਲਾ ਨਾਮ ਕੀ ਸੀ? ਦੂਜਿਆਂ ਦਾ ਭਲਾ ਕਰੇ। ਉਹ ਇੱਕ ਦੇਖੋ ਸਨਾਤਨੀ ਭਗਤ ਪਰਿਵਾਰ ਪੂਰਨ ਵਿੱਚੋਂ ਸਿੰਘ ਸਨ, ਪਰ ਕਿਵੇਂ ਸਿੱਖ ਉਹਨਾਂ ਦਾ ਸਾਡੇ ਜੀਵਨ ਪਤਾ ਕਦੇ ਪੜ੍ਹ ਕੇ ਦੇਖੋ। ਉਹਨਾਂ ਦਾ ਪਹਿਲਾ ਉਹ ਨਾਮ ਕਹਿੰਦੇ ਜਦੋਂ ਮੈਂ ਥੱਕਿਆ ਟੁੱਟਿਆ, ਉਹ ਇੱਕ ਭੁੱਖ ਦਾ ਸਨਾਤਨੀ ਮਾਰਿਆ। ਪਰਿਵਾਰ ਵਿੱਚੋਂ ਸਨ, ਪੈਦਲ ਆਪਣੇ ਪਿੰਡ ਨੂੰ ਪਰ ਜਾ ਰਿਹਾ ਉਹਨਾਂ ਸੀ ਦਾ ਤੇ ਜੀਵਨ ਸਾਹਨੇਵਾਲ ਕਦੇ ਪੜ੍ਹ ਪੜ੍ਹ ਕੇ ਕੇ ਦੇਖੋ। ਇੱਕ ਮੰਦਿਰ ਵਿੱਚ ਗਿਆ, ਉਹ ਕਹਿੰਦੇ ਜਦੋਂ ਮੈਂ ਥੱਕਿਆ ਟੁੱਟਿਆ ਪੁਜਾਰੀ ਨੇ ਬਾਤ ਹੀ ਨਹੀਂ ਭੁੱਖ ਦਾ ਪੁੱਛੀ, ਮਾਰਿਆ, ਪਰ ਮੇਰੇ ਪੈਦਲ ਢਿੱਡ 'ਚ ਆਪਣੇ ਬੜੀ ਪਿੰਡ ਭੁੱਖ ਨੂੰ ਜਾ ਲੱਗੀ। ਰਿਹਾ ਸੀ ਤੇ ਸਾਹਨੇਵਾਲ ਜਦੋਂ ਮੈਂ ਸਾਹਨੇਵਾਲ ਗੁਰੂ ਘਰ ਵਿੱਚ ਗਿਆ, ਉੱਥੇ ਪੰਗਤ ਲੱਗੀ ਸੀ, ਪੁਜਾਰੀ ਮੈਂ ਵੀ ਨੇ ਬਹਿ ਗਿਆ। ਬਾਤ ਹੀ ਭੁੱਖਾ ਨਹੀਂ ਬੰਦਾ ਥੋੜਾ ਪੁੱਛਦਾ ਮੈਨੂੰ ਕੋ ਕਵੇਗਾ, ਪਰ ਮੇਰੇ ਢਿੱਡ 'ਚ ਬੜੀ ਭੁੱਖ ਲੱਗੀ ਸੀ। ਕਹਿੰਦਾ ਮੈਂ ਉੱਥੇ ਗੁੜ ਦੇ ਜਦੋਂ ਮਿੱਠੇ ਮੈਂ ਚੌਲ ਸਾਹਨੇਵਾਲ ਗੁਰੂ ਖਾਧੇ, ਘਰ ਬੜਾ ਵਿੱਚ ਪਿਆਰ ਗਿਆ, ਮਿਲਿਆ। ਲਓ ਉੱਥੇ ਪੰਗਤ ਉਸ ਲੱਗੀ ਪਿਆਰ ਸੀ, ਮੈਂ ਦੇ ਵੀ ਬਹਿ ਖਿੱਚੇ ਗਿਆ। ਹੋਏ ਭੁੱਖਾ ਬੰਦਾ ਥੋੜਾ ਪੁੱਛਦਾ ਅੱਜ ਮੈਨੂੰ ਕਵੀ ਕਵੇਗਾ ਗੁਰੂ ਸਿੰਘ ਜੀ ਨੇ ਸਿੱਖੀ ਦਾ ਕਹਿੰਦਾ ਨਾਮ ਉੱਥੇ ਦੁਨੀਆ ਗੁੜ ਵਿੱਚ ਦੇ ਉਜਾਗਰ ਮਿੱਠੇ ਚੌਲ ਕਰ। ਖਾਧੇ, ਮੈਨੂੰ ਬੜਾ ਕਦੇ ਜਾ ਪਿਆਰ ਕੇ ਮਿਲਿਆ। ਪਿੰਗਲਵਾੜੇ ਦੇ ਦਰਸ਼ਨ ਕਰੋ, ਪਿਆਰ ਦੇ ਖਿੱਚੇ ਹੋਏ ਕਦੇ ਬੀਬੀ ਅੱਜ ਡਾਕਟਰ ਭਗਤ ਇੰਦਰਜੀਤ ਪੂਰਨ ਕੌਰ ਸਿੰਘ ਨੂੰ ਜੀ ਮਿਲੋ। ਨੇ ਸਿੱਖੀ ਦਾ ਨਾਮ ਫਿਰ ਦੁਨੀਆ ਵੇਖੋ ਵਿੱਚ ਉਜਾਗਰ ਤੁਸੀਂ, ਕਰ ਦਿੱਤਾ। ਇਹ ਹੈ ਕਦੇ ਪਰਉਪਕਾਰ। ਜਾ ਕੇ ਪਿੰਗਲਵਾੜੇ ਦੇ ਦਰਸ਼ਨ ਕਰੋ। ਮੈਂ ਕਿਹੜੀ ਗੱਲ ਵਰਣਨ ਕਰਾਂ, ਕਦੇ ਮੈਂ ਕਿਸੇ ਦਾ ਬੀਬੀ ਕੋਈ ਪੱਕੀ ਡਾਕਟਰ ਪ੍ਰਚਾਰ ਇੰਦਰਜੀਤ ਕਿਰਿਆ ਕੌਰ ਨੂੰ ਵਿਰੋਧੀ ਮਿਲੋ। ਨਹੀਂ, ਪਰ ਮੈਨੂੰ ਫਿਰ ਵੇਖੋ ਭਾਈ ਤੁਸੀਂ, ਗੁਰਦਾਸ ਜੀ ਦੀਆਂ ਵਾਰਾਂ ਇਹ ਹੈ ਵਿੱਚ ਮਿਲ ਰਿਹਾ, ਮੈਂ ਪਰਉਪਕਾਰ। ਉੱਥੇ ਦੱਸ ਰਿਹਾ ਜਿਹੜਾ ਅਸਲ ਮੈਂ ਗੁਰੂ ਕਾ ਕਿਹੜੀ ਗੱਲ ਸਿੱਖ ਵਰਣਨ ਹੈ, ਕਰਾਂ, ਮੈਂ ਕਿਸੇ ਦਾ ਕੋਈ ਉੱਥੇ ਪੱਕੀ ਪਰਉਪਕਾਰ ਪ੍ਰਚਾਰ ਕਿਰਿਆ ਕਰਨ ਵਿਰੋਧੀ ਨਹੀਂ, ਪਰ ਲੋਕੀ ਮੈਨੂੰ ਭਾਵੇਂ ਭਾਈ ਚੰਗਾ ਕਹਿਣ ਤੇ ਭਾਵੇਂ ਮਾੜਾ ਤੋਂ ਮਿਲ ਰਿਹਾ, ਮੈਂ ਉੱਥੇ ਦੱਸ ਰਿਹਾ ਜਿਹੜਾ ਜਿਹੜਾ ਅਸਲ ਅਸਲ ਗੁਰੂ ਗੁਰੂ ਕਾ ਕਾ ਸਿੱਖ ਸਿੱਖ ਹੈ, ਹੈ ਉੱਥੇ ਉੱਥੇ ਸਦਾ ਪਰਉਪਕਾਰ ਚੌਖੰਨੀ ਹੈ। ਲੋਕੀ ਭਾਵੇਂ ਉਹਨੂੰ ਚੰਗਾ ਕਹਿਣ ਤੇ ਭਾਵੇਂ ਮਾੜਾ, ਹਉ ਤਿਸ ਹਉ ਦਾ ਤਿਸ ਦਾ ਚੌਖੰਨੀ ਹੈ, ਹਉ ਤਿਸ ਪਰ ਉਪਕਾਰ ਕਰੇ ਰੰਗ ਮਾਣੇ, ਪਰ ਉਪਕਾਰ ਕਰੇ ਰੰਗ ਮਾਣੇ। ਤਿਸ ਦਾ ਪਰ ਉਪਕਾਰ ਕਰੇ ਰੰਗ ਮਾਣੇ, ਪਰ ਉਪਕਾਰ ਕਰੇ ਰੰਗ ਮਾਣੇ। ऐसा रंग, ऐसा आनंद मानोगे, ਇੰਨੀ ਸਕੂਨ, ਇੰਨੀ ਸ਼ਾਂਤੀ, ਇੰਨਾ ਮਨ ਪ੍ਰਸੰਨ ਜਦੋਂ ਹੋਵੇ। ਤੁਸੀਂ ਕਿਸੇ ਦਾ ਭਲਾ ਤੇ ਕਰੋਗੇ ਅਖੀਰਲੀ ਨਾ, ਪੰਕਤੀ 'ਚ ਕਹਿੰਦੇ ਨੇ ਐਸਾ ਰੰਗ ਲਓ ਬਾਲੀ ਆਨੰਦ ਦਰਗਾਹ ਮਾਣੋਗੇ, ਵਿੱਚ ਇੰਨੀ ਮਾਨ ਸਮਾਨ ਨਿਮਾਣਾ, ਮਾਨ ਇੰਨਾ ਨਿਮਾਣੇ ਪ੍ਰਸੰਨ ਹੋਵੇ। ਦਰਗਾਹ ਵਿੱਚ, ਤੇ ਉਸ ਅਖੀਰਲੀ ਪਰਮਾਤਮਾ ਦੀ ਕਹਿੰਦੇ ਨੇ, ਦਰਗਾਹ ਵਿੱਚ, ਲਓ ਬਾਲੀ ਉਹ ਦਰਗਾਹ ਬੇਪਰਵਾਹ ਵਿੱਚ ਵਾਹਿਗੁਰੂ ਦੀ ਦਰਗਾਹ ਮਾਨ ਵਿੱਚ ਨਿਮਾਣਾ, ਮਾਣ ਕਿਸਨੂੰ ਮਿਲੇਗਾ? ਨਿਮਾਣੇ, ਜਿਹੜਾ ਨਿਮਾਣਾ ਦਰਗਾਹ ਹੋ ਕੇ ਰਹੇ, ਉਸ ਪਰਮਾਤਮਾ ਦੀ ਦਰਗਾਹ ਵਿੱਚ ਜਿਹੜਾ ਹੰਕਾਰੀ ਬਣ ਕੇ ਉਹ ਜੀਏਗਾ, ਬੇਪਰਵਾਹ ਵਾਹਿਗੁਰੂ ਉਹਨੂੰ ਦੀ ਨਾ ਦਰਗਾਹ ਇੱਥੇ ਵਿੱਚ ਸਤਿਕਾਰ ਨਾ ਉੱਥੇ ਮਾਣ ਸਤਿਕਾਰ। ਕਿਸ ਨੂੰ ਮਿਲੇਗਾ? ਲਓ ਜਿਹੜਾ ਬਾਲੀ ਨਿਮਾਣਾ ਹੋ ਦਰਗਾਹ ਕੇ, ਵਿੱਚ, ਲਓ ਬਾਲੀ ਦਾ ਮਤਲਬ ਜਿਹੜਾ ਬੇਪਰਵਾਹ ਹੰਕਾਰੀ ਬਣ ਦੀ ਕੇ ਦਰਗਾਹ ਵਿੱਚ, ਉਹਨੂੰ ਨਾ ਮਾਣ ਇੱਥੇ ਨਿਮਾਣਾ, ਸਤਿਕਾਰ ਨਾ ਉੱਥੇ ਮਾਣ ਨਿਮਾਣੇ, ਲਓ ਬਾਲੀ ਮਾਣ ਨਿਮਾਣਾ, ਮਾਣ ਲਓ ਬਾਲੀ ਦਾ ਮਤਲਬ ਨਿਮਾਣੇ। ਬੇਪਰਵਾਹ ਵਾਹਿਗੁਰੂ ਦੀ ਦਰਗਾਹ ਵਿੱਚ ਮਾਣ ਨਿਮਾਣਾ, ਮਾਣ ਨਿਮਾਣੇ, ਮਾਣ ਨਿਮਾਣਾ। ਇਸ ਜੀ ਇਹ ਗਿਆਨ ਕਿੱਥੋਂ ਮਿਲੇਗਾ? ਗੁਰ ਪੂਰਾ ਗੁਰ ਸ਼ਬਦ ਸਿਆਣਨ, ਗੁਰ ਪੂਰਾ ਗੁਰ ਸ਼ਬਦ ਸਿਆਣਨ। ਇਹ ਸੋਝੀ ਇਹ ਗਿਆਨ ਕਿੱਥੋਂ ਮਿਲੇਗਾ? ਗੁਰ ਪੂਰਾ ਗੁਰ ਸ਼ਬਦ ਸਿਆਣਨ, ਗੁਰ ਪੂਰਾ ਗੁਰ ਸ਼ਬਦ ਸਿਆਣਨ। ਬਹੁਤ ਵਾਰੀ ਕਈ ਪ੍ਰੇਮੀ ਪੁੱਛਦੇ ਨੇ ਇਹ ਕਿਵੇਂ ਉਚਾਰ, ਇਹਦਾ ਉਚਾਰਨ ਕਰਨ ਦੀ ਜਾਂਚ ਸਿੱਖ ਲਓ। ਦੋਵੇਂ ਦੰਦ ਬੰਦ ਕਰਕੇ ਅੰਦਰੋਂ ਜੀਭ ਲਾਓ ਨਿਆਂ। ਬਹੁਤ ਵਾਰੀ ਪ੍ਰੇਮੀ ਪੁੱਛਦੇ ਨੇ ਇਹ ਗੁਰ ਕਿਵੇਂ ਪੂਰਾ ਉਚਾਰ, ਗੁਰ ਸ਼ਬਦ ਸਿਆਣਨ। ਜਾਂਚ ਸਿੱਖ ਲਓ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਅੰਦਰੋਂ ਦੀ ਪਛਾਣ ਕਰੀਏ, ਸਮਝ ਆਵੇ। ਲੋਕਾਂ ਨੇ ਗੁਰ ਰੀਸ ਪੂਰਾ ਗੁਰ ਸ਼ਬਦ ਸਿਆਣੈ,